BBC ਟੋਰਾਂਟੋ ਗਾਉਂਦਾ ਪੰਜਾਬ ਵੇਖਣ ਤੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਚੰਡੀਗੜ੍ਹ ਦੇ ਸਟੂਡੀਓ ਵਿੱਚੋਂ ਮੈਂ ਕੁਲਵੰਤ ਸਿੰਘ ਗਿੱਲ ਇੱਕ ਵਾਰੀ ਫੇਰ ਪੰਜਾਬੀ ਦੀਆਂ ਖਬਰਾਂ ਲੈ ਕੇ ਹਾਜ਼ਰ ਹੋ ਚੁੱਕਿਆ। ਸੋ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਤਰਨਤਾਰਨ ਦੇ ਚੌਲਾ ਸਾਹਿਬ 'ਚ ਦਾਜ ਦਹੇਜ ਨਾ ਮਿਲਣ ਕਰਕੇ ਵਿਆਹੁਤਾ ਦੀ ਕੀਤੀ ਕੁੱਟਮਾਰ। ਸ਼੍ਰੀ ਅਨੰਦਪੁਰ ਸਾਹਿਬ ਦੇ ਤਖਤ ਸ਼੍ਰੀ ਕੇਸਗੜ੍ਹ ਵਿੱਚ ਪ੍ਰਕਾਸ਼ ਮੌਕੇ ਸਿਗਰਟ ਸੁੱਟਣ ਦਾ ਮਾਮਲਾ ਆਇਆ ਸਾਹਮਣੇ। ਸਿਮਰਨਜੀਤ ਸਿੰਘ ਬੈਂਸ ਤੇ ਬਲਾਤਕਾਰ ਦੇ ਇਲਜ਼ਾਮ ਲਗਾਉਣ ਵਾਲੀ ਔਰਤ ਨੂੰ ਇਨਸਾਫ ਦਿਵਾ ਕੇ ਹਟਾਗੇ, ਕਿਹਾ ਸੀਨੀਅਰ ਅਕਾਲੀ ਆਗੂ ਹਰੀਸ਼ ਰਾਏ ਨੇ। ਲੁਧਿਆਣਾ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੀਨੀਅਰ ਅਕਾਲੀ ਆਗੂ ਮਹੇਸ਼ ਇੰਦਰ ਸਿੰਘ ਗਰੇਵਾਲ ਦਾ ਕੀਤਾ ਵਿਰੋਧ। ਅਤੇ ਜਲੰਧਰ ਵਿੱਚ ਭਾਜਪਾ ਦੇ ਲੀਗਲ ਸੈੱਲ ਦੇ ਪ੍ਰਧਾਨ ਲਖਨ ਗਾਂਧੀ ਨੂੰ ਧੋਖਾਧੜੀ ਮਾਮਲੇ ਵਿੱਚ ਕੀਤਾ ਗ੍ਰਿਫਤਾਰ। ਦੋਸਤੋ ਹੁਣ ਖਬਰਾਂ ਵਿਸਥਾਰ ਨਾਲ। ਮਜੀਠਾ ਰੋਡ ਤੇ ਹੁਣੇ ਬਰਥਡੇ ਯਾਨੀ ਕਿ ਜਨਮ ਦਿਨ ਦੇ ਹੋਏ ਦੌਰਾਨ ਦੋਹਰੇ ਕਤਲकांड ਵਿੱਚ ਪਰਿਵਾਰਕ ਮੈਂਬਰ ਪੁਲਿਸ ਤੋਂ ਦੁਖੀ ਹਨ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਗੋਲੀ ਮਾਰ ਕੇ ਕਤਲ ਕਰਨ ਵਾਲੇ ਦੇ ਦੋਸ਼ੀ ਫੜ ਦਿੱਤਾ ਜਾ ਚੁੱਕੇ ਨੇ, ਪਰ ਪਰਿਵਾਰਕ ਮੈਂਬਰਾਂ ਦਾ ਆਖਣਾ ਹੈ ਕਿ ਇਸ ਕਤਲ ਵਿੱਚ ਵੱਡੀ ਸਾਜ਼ਿਸ਼ ਹੈ, ਕਿਉਂਕਿ ਜਿਸ ਨੇ ਪਾਰਟੀ ਰੱਖੀ ਸੀ ਉਸ ਨੇ ਪੁਰਾਣੀ ਰੰਜਿਸ਼ ਰੱਖ ਕੇ ਦੋ ਕਤਲ ਕਰਵਾਏ। ਉਹਨਾਂ ਨੇ ਆਖਿਆ ਕਿ ਇਸ ਕਤਲकांड ਵਿੱਚ ਉਸ ਦੋਸ਼ੀ ਅਤੇ ਉਸ ਦੇ ਸਾਥੀ ਨੂੰ ਨਾਮਜ਼ਦ ਨਹੀਂ ਕੀਤਾ ਗਿਆ। ਸਰ ਬਰਥਡੇ ਪਾਰਟੀ ਤੇ ਗਏ ਸੀਗੇ, ਤਰਨਪ੍ਰੀਤ ਨੇ ਜਿਹਨੇ ਬੁਲਾਇਆ ਸੀਗਾ ਬਰਥਡੇ ਤੇ ਬਰਥਡੇ ਤੇ ਬੁਲਾਇਆ। ਸਾਜ਼ਿਸ਼ ਹੈਗੀ ਸੀ, ਹੁਣ ਸਾਜ਼ਿਸ਼ ਹੈਗੀ ਸੀ ਜਿਹਨੇ ਕੇਕ ਮਾਰਿਆ ਉਹਨੂੰ ਵੀ ਫੜਨਾ ਚਾਹੀਦਾ ਹੈ। ਤਰਨਪ੍ਰੀਤ ਨੂੰ ਵੀ, ਸਾਰੇ ਮੁੰਡਿਆਂ ਨੂੰ ਬੁਲਾ ਕੇ ਕਮਿਸ਼ਨਰ ਸਾਹਿਬ ਨੂੰ ਪੁੱਛਣਾ ਚਾਹੀਦਾ ਹੈ ਕਿ ਕੀ ਸਾਜ਼ਿਸ਼ ਸੀ, ਕਿਉਂ ਮਾਰਿਆ ਗਿਆ ਉਹਨਾਂ ਨੂੰ। ਤੇ ਜਿਹੜੇ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਉਹ ਫੜੇ ਗਏ, ਤੇ ਬਾਕੀ ਜਿਹੜੇ ਮੁੰਡੇ ਸੀਗੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ, ਪੁੱਛਿਆ ਜਾਵੇ ਕਿ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਹੋਰ ਮੁੰਡੇ ਨੇ ਜਿਹੜੇ ਅਸਲੀ ਦੋਸ਼ੀ ਨੇ ਹਾਂਜੀ ਪੁਲਿਸ ਵੱਲੋਂ ਕਿਉਂ ਨਹੀਂ ਗ੍ਰਿਫਤਾਰ ਕੀਤਾ ਗਿਆ ਹੈ? ਸਰ ਜਿਹੜੇ ਦੋ ਮੁੰਡੇ ਹੈਗੇ ਸੌਰਵ ਤੇ ਜੋਬਨ, ਉਹ ਪੁਲਿਸ ਵਾਲਿਆਂ ਦੇ ਮੁੰਡੇ ਆ, ਇਸ ਕਰਕੇ ਉਹਨਾਂ ਦੇ ਸ਼ਾਇਦ ਕਾਰਵਾਈ ਨਹੀਂ ਕਰ ਰਹੇ। ਹੁਣ ਤੁਸੀਂ ਕਮਿਸ਼ਨਰ ਸਾਹਿਬ ਨੂੰ ਮਿਲਣ ਆਏ ਹੋ, ਕੀ ਇਹਨਾਂ ਨੂੰ? ਹਾਂਜੀ ਕਹਿੰਦੇ ਪਏ ਕਿ ਅੱਗੋਂ ਕਾਰਵਾਈ ਕਰਾਂਗੇ। ਹਾਂਜੀ ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਜੀ ਕੋਮਲਪ੍ਰੀਤ ਕੌਰ। ਕੀ ਹੈ ਸਾਰੀ ਘਟਨਾ? ਹਾਂਜੀ, ਕੀ ਹੋਇਆ, ਸਾਰਾ ਮਾਮਲਾ ਕਿੱਦਾਂ ਹੋਇਆ? ਇਹ ਜੀ ਮੇਰੇ ਪਤੀ ਨੂੰ ਗੋਲੀਆਂ ਮਾਰੀਆਂ ਗਈਆਂ ਬਰਥਡੇ ਪਾਰਟੀ ਤੇ 18 ਅਗਸਤ ਨੂੰ। ਇਹ ਤਰਨਪ੍ਰੀਤ ਨੇ ਸਾਜ਼ਿਸ਼ ਨਾਲ ਪਹਿਲਾਂ ਫੋਨ ਕਰਕੇ ਉਹਨਾਂ ਨੂੰ ਬਾਰ-ਬਾਰ ਬੁਲਾਇਆ ਤੇ ਉਹਨਾਂ ਤੇ ਜੀ ਕੋਈ ਕਾਰਵਾਈ ਨਹੀਂ ਹੋ ਰਹੀ। 1 ਮਹੀਨਾ ਹੋ ਗਿਆ, ਤਰਨਪ੍ਰੀਤ ਤੇ ਸੌਰਵ ਤੇ ਜੋਮਰਪ੍ਰੀਤ ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਕਾਰਨ ਕੀ ਜੀ ਕਾਰਵਾਈ ਨਾ ਹੋਣੀ? ਕੀ ਕਾਰਨ ਕੀ ਹੈ ਵੀ ਕਾਰਵਾਈ ਉਹਨਾਂ ਦੇ ਖਿਲਾਫ ਨਹੀਂ ਕੀਤੀ ਗਈ? ਕੁਝ ਹੀ ਮੁੰਡੇ ਜਿਹੜੇ ਫੜੇ ਗਏ, ਕਿਉਂ ਨਹੀਂ? ਜੋਬਨਪ੍ਰੀਤ ਜੀ ਪੁਲਿਸ ਵਾਲੇ ਦਾ ਮੁੰਡਾ ਸੀ ਤੇ ਸੌਰਵ ਵੀ ਪੁਲਿਸ ਵਾਲੇ ਦਾ ਮੁੰਡਾ ਸੀ, ਇਸ ਕਰਕੇ ਉਹਨਾਂ ਤੇ ਕਾਰਵਾਈ ਨਹੀਂ ਹੋ ਰਹੀ। ਤੇ ਜਲਦ ਤੋਂ ਜਲਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਸਾਰੀ 25 ਦੇ 25 30 ਜਿਹੜੇ ਵੀ ਸਾਰੇ ਮੁੰਡੇ ਸੀ ਪਾਰਟੀ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਇਨਕੁਆਇਰੀ ਕੀਤੀ ਜਾਵੇ ਉਹਨਾਂ ਨੇ ਇਹ ਕਿਉਂ ਕੀਤਾ, ਕਿਉਂ ਗੋਲੀਆਂ ਮਾਰੀਆਂ, ਅੱਜ ਤੁਸੀਂ ਕਮਿਸ਼ਨਰ ਸਾਹਿਬ ਨੂੰ ਮਿਲਣ ਆਏ ਹੋ, ਉਹਦਾ ਕੀ ਕਾਰਨ? ਭਾਜੀ ਸਾਰਾ ਇਹ ਸਾਰਾ ਮਾਮਲਾ ਇਹ ਜੀ, ਇਹ 16 ਤਰੀਕ ਨੂੰ ਇੱਕ ਤਰਨਪ੍ਰੀਤ ਮੁੰਡਾ, ਉਹਦਾ ਬਰਥਡੇ ਸੀ ਝੀਟੇ ਪਿੰਡ ਦਾ ਜੀ। ਮੈਂ 18 ਨੂੰ ਇਸਨੇ ਬਰਥਡੇ ਮਨਾਇਆ। ਮੇਰਾ ਬ੍ਰਦਰ ਵਿਕਰਮਜੀਤ ਸਿੰਘ, ਮਨੀਸ਼ ਸ਼ਰਮਾ, ਦੋਵਾਂ ਨੂੰ ਇਹਨੇ 100 ਦੇ ਕਰੀਬ ਫੋਨ ਕਰਕੇ ਇਹਨਾਂ ਨੂੰ ਸੱਦਿਆ। ਸੱਦਣ ਤੋਂ ਬਾਅਦ ਇਹਦੇ ਨਾਲ ਪੁਰਾਣੀ ਰੰਜਿਸ਼ ਸੀ, 3 ਮਹੀਨੇ ਪੁਰਾਣੀ ਰੰਜਿਸ਼ ਸੀ, ਜਦ ਕਿ ਇਹਨਾਂ ਦਾ ਝਗੜਾ ਸੀ। ਉਹ ਝਗੜੇ ਦਾ ਰਾਜੀਨਾਮਾ ਵੀ ਮੈਂ ਕਰਵਾਇਆ ਸੀ ਵਾਸ਼ਿੰਗ ਸੈਂਟਰ ਦੇ ਉੱਪਰ। ਦੋਵਾਂ ਦੀਆਂ ਜੱਫੀਆਂ ਪਾਈਆਂ ਸੀ, ਮਨੀਸ਼ ਸ਼ਰਮਾ ਦੀਆਂ ਤੇ ਤਰਨਪ੍ਰੀਤ ਦੀਆਂ। ਇਹਨੇ ਤਰਨਪ੍ਰੀਤ ਨੇ ਪਤਾ ਨਹੀਂ ਕਿਸ ਤਰ੍ਹਾਂ ਇਹਨਾਂ ਨਾਲ ਫਿਰ ਇੱਧਰ ਉੱਧਰ ਘੁੰਮਦੇ ਫਿਰਦੇ ਮਿਲ ਕੇ ਪਿਆਰ ਪਾ ਕੇ ਵਾਸ਼ਿੰਗ ਸੈਂਟਰ ਆ ਕੇ ਬਹਿਣਾ ਸ਼ੁਰੂ ਹੋ ਗਿਆ। ਉਸ ਤੋਂ ਬਾਅਦ ਇਹਨੇ ਪਿਆਰ ਪਾਇਆ। 16 ਤਰੀਕ ਨੂੰ ਇਸ ਮੁੰਡੇ ਦਾ ਬਰਥਡੇ ਸੀ। 18 ਤਰੀਕ ਨੂੰ ਇਸਨੇ 100 ਦੇ ਕਰੀਬ ਫੋਨ ਕਰਕੇ ਮੈਨੂੰ, ਮੇਰੇ ਭਰਾ ਨੂੰ, ਮਨੀਸ਼ ਸ਼ਰਮਾ ਨੂੰ ਉੱਥੇ ਸੱਦਿਆ। ਠੀਕ ਆ, ਇਹਨੇ ਆਪਣੇ ਉੱਧਰੋਂ 20 ਮੁੰਡੇ ਸੱਦੇ ਹੋਏ ਸੀ। 20 ਮੁੰਡੇ ਸੱਦਣ ਦੇ ਨਾਲ ਇਹਨੇ ਮਨੀਸ਼ ਸ਼ਰਮਾ ਦੇ ਕੇਕ ਮਾਰਿਆ। ਕੇਕ ਮਾਰਨ ਤੋਂ ਬਾਅਦ ਸੌਰਵ ਮੁੰਡਾ ਸੀ ਪੁਲਿਸ ਲਾਈਨ ਦਾ, ਜਿਸਨੇ ਮਨੀਸ਼ ਸ਼ਰਮਾ ਦੇ ਕੇਕ ਮਾਰਿਆ। ਮਨੀਸ਼ ਸ਼ਰਮਾ ਨਾ ਉਹਨੂੰ ਜਾਣਦਾ ਸੀ ਨਾ ਪਛਾਣਦਾ ਸੀ। ਠੀਕ ਆ, ਕੇਕ ਮਾਰਿਆ। ਮੇਰੇ ਬ੍ਰਦਰ ਨੇ ਉਹਨੂੰ ਕਿਹਾ ਵੀ ਯਾਰ ਤੁਸੀਂ ਕੇਕ ਮਾਰਨ ਦੇ ਅੱਗੇ ਹੋਰ ਫੰਕਸ਼ਨ 'ਤੇ ਵੀ ਜਾਣਾ, ਤੇ ਅੱਗੋਂ ਕਹਿੰਦਾ ਜੇ ਤੇ ਕੇਕ ਮਾਰਿਆ ਇਹ ਤਾਂ ਤੁਹਾਨੂੰ ਗੋਲੀਆਂ ਵੀ ਮਾਰਨੀਆਂ। ਇਹ ਕਹਿੰਦੇ ਉੱਥੇ ਹੱਥੋਂ ਪਾਈ ਹੁੰਦੇ ਲੜਦੇ ਆ ਬਾਹਰ ਤੱਕ ਆਏ। ਬਾਹਰ ਤੱਕ ਆਉਣ ਤੋਂ ਬਾਅਦ ਇਹਨੇ ਤਰਨਪ੍ਰੀਤ ਨੇ ਗਾਲਾਂ ਵੀ ਕੱਢੀਆਂ। ਬੋਲ ਬੁਲਾਰਾ ਹੁੰਦਿਆਂ ਗੋਲੀ ਚੱਲਣੀ ਸਟਾਰਟ ਹੋ ਗਈ। ਜਦੋਂ ਗੋਲੀ ਮਾਰੀ ਇਹਨੇ, ਪਹਿਲੇ ਮਾਰੀਆਂ 2 ਗੋਲੀਆਂ ਮੇਰੇ ਭਰਾ ਦੇ, ਇੱਕ ਮੋਢੇ 'ਤੇ ਵੱਜੀ, ਇੱਕ ਛਾਤੀ 'ਤੇ ਵੱਜੀ। ਉਸ ਤੋਂ ਬਾਅਦ 2 ਗੋਲੀਆਂ ਮਾਰੀਆਂ ਮਨੀਸ਼ ਸ਼ਰਮਾ ਦੇ ਸਿਰ ਦੇ ਵਿੱਚ, ਜਦ ਉਹਦੀ ਉਹ ਮੌਕੇ 'ਤੇ ਡੈੱਡ ਹੋ ਗਿਆ। ਮੇਰੇ ਬ੍ਰਦਰ ਦੇ ਫਿਰ ਉਹਨੇ ਪਿੱਛੇ ਭੱਜ ਕੇ ਲੱਕ 'ਚ ਗੋਲੀ ਮਾਰੀ, ਜਿਹੜੀ ਚੈਸਟ 'ਚੋਂ ਬਾਹਰ ਨਿਕਲੀ। ਮੇਰਾ ਭਰਾ ਭੱਜਦਾ ਪਿਆ ਸੀ, ਮਗਰ ਭੱਜ ਕੇ ਉਹਨੂੰ ਫੜ ਕੇ ਆਟੋ ਦੇ ਵਿੱਚ ਲੈ ਕੇ ਜਾ ਰਿਹਾ ਸੀ। ਜਦ ਰਸਤੇ ਦੇ ਵਿੱਚ ਮੇਰੇ ਬ੍ਰਦਰ ਨੇ ਮੈਨੂੰ ਕਿਹਾ ਕਿ ਇਹ ਸਾਰਾ ਕੰਮ
ਤਰੁਣਪ੍ਰੀਤ, ਇਹ ਸੌਰਵ ਤੇ ਜੋਬਨ ਜਿਹੜਾ ਕਿ ਇੱਕ ਐਸਆਈ ਦਾ ਕਿ ਪੁਲਿਸ ਵਾਲੇ ਦਾ ਕਿਸੇ ਦਾ ਮੁੰਡਾ ਹੈਗਾ, ਇਹ ਸਾਰੇ 20-25 ਮੁੰਡਿਆਂ ਨੇ ਰਲ ਕੇ ਸਾਜ਼ਿਸ਼ ਰਚੀ, ਉਹ ਸਾਨੂੰ ਸੱਦ ਕੇ ਮਾਰਤਾ ਹੀ। ਠੀਕ ਆ, ਬਾਕੀ ਵੀ ਤੇ ਉੱਥੇ ਮੁੰਡੇ ਹੀ, ਉਹਨਾਂ ਨੂੰ ਕਿਉਂ ਨਹੀਂ ਗੋਲੀਆਂ ਮਾਰੀਆਂ ਇਹਨਾਂ ਨੇ? ਬਾਕੀ ਵੀ ਤੇ ਮੁੰਡੇ ਆਏ ਤੇ ਕਹਿੰਦੇ ਉਹ ਸ਼ਰਾਬ ਦਾ ਨਸ਼ਾ ਹੀ, ਇਹ ਹੀ ਉਹ ਹੀ, ਬਾਕੀ ਵੀ ਤੇ ਉੱਥੇ ਇੰਨਾ ਮੁੰਡਾ ਖਲੋਤਾ ਹੀ, ਉਹਨਾਂ ਨੂੰ ਕਿਉਂ ਨਹੀਂ ਉਹਨਾਂ ਨੇ ਗੋਲੀਆਂ ਮਾਰੀਆਂ? ਕੀ ਮੰਗ ਕਰਦੇ ਪੁਲਿਸ? ਮੈਂ ਮੰਗ ਇਹ ਕਰਦਾ ਕਿ 20-25 ਜਿੰਨੇ ਵੀ ਮੁੰਡੇ ਸੀ ਸਾਰੇ ਦੇ ਸਾਰੇ ਫੜੇ ਜਾਣ, ਉਹਨਾਂ ਤੇ ਕਾਰਵਾਈ ਕੀਤੀ ਜਾਵੇ, ਸਾਨੂੰ ਵੀ ਪਤਾ ਲੱਗੇ ਸਾਡੇ ਭਰਾ ਕਿਉਂ ਮਾਰੇ ਗਏ ਨੇ। ਜਿਵੇਂ ਨਵੇਂ ਚੱਲ ਰਹੇ ਯੁੱਗ ਵਿੱਚ ਪੁਰਾਣਾ ਸੱਭਿਆਚਾਰ ਅਤੇ ਵਿਰਾਸਤ ਅਲੋਪ ਹੋ ਗਈ ਹੈ, ਉੱਥੇ ਹੀ ਨਵੇਂ ਜ਼ਮਾਨੇ ਦੀ ਦੌੜ ਵਿੱਚ ਲੋਕ ਲੱਗੇ ਹੋਏ ਹਨ। ਪਰ ਜੇਕਰ ਗੱਲ ਉਹਨਾਂ ਲੋਕਾਂ ਦੀ ਕੀਤੀ ਜਾਵੇ ਜਿਨ੍ਹਾਂ ਨੇ ਹਾਲੇ ਤੱਕ ਪੰਜਾਬੀ ਖੇਤੀਬਾੜੀ ਅਤੇ ਵਿਰਾਸਤ ਨਾਲ ਜੁੜੇ ਸੰਦਾਂ ਨੂੰ ਸਾਂਭ ਕੇ ਰੱਖਿਆ ਹੋਇਆ ਹੈ ਅਤੇ ਹੋਰ ਵੀ ਇਕੱਠੇ ਕਰਨ ਵਿੱਚ ਲੱਗੇ ਹੋਏ ਹਨ। ਇਸੇ ਤਰ੍ਹਾਂ ਦਾ ਖੇਤੀ ਕਰਦਾ ਕਿਸਾਨ ਜੋ ਝੁਨੀਰ ਜ਼ਿਲ੍ਹਾ ਮਾਨਸਾ ਦੇ ਪਿੰਡ ਲਾਲਿਆਂਵਾਲੀ ਵਿੱਚ ਰਹਿੰਦਾ ਗੁਰਜੀਤ ਸਿੰਘ ਹੈ, ਜਿਸ ਨੇ ਬਹੁਤ ਸਾਰੇ ਵਿਰਾਸਤੀ ਸੰਦਾਂ ਨੂੰ ਆਪਣੇ ਘਰ ਦੀ ਸ਼ਾਨ ਬਣਾ ਕੇ ਰੱਖਿਆ ਹੋਇਆ ਹੈ। ਪੇਸ਼ ਹੈ ਸਾਡੇ ਪੱਤਰਕਾਰ ਦੀ ਖਾਸ ਰਿਪੋਰਟ। ਇਹਨਾਂ ਨੂੰ ਪੁਰਾਣੇ ਸੰਦਾਂ ਬਾਰੇ ਤੇ ਕਿਤਾਬਾਂ ਬਾਰੇ, ਲੇਖਕਾਂ ਬਾਰੇ ਬਹੁਤ ਜਾਣਕਾਰੀ ਆ ਤੇ ਇਹਨਾਂ ਨੇ ਸਾਨੂੰ ਬਹੁਤ ਕੁਝ ਵੀ ਸਿਖਾਇਆ। ਕਿਤਾਬਾਂ ਵੀ ਇਹਨਾਂ ਤੋਂ ਪੜ੍ਹਦੇ ਰਹਿੰਦੇ ਆ, ਗੀਤਾਕਾਰਾਂ ਬਾਰੇ ਵੀ ਸਿਖਾਇਆ। ਪਰ ਇਹਨਾਂ ਨੇ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਇੱਕ ਚੈਲੰਜ ਕਰਕੇ ਦਿਖਾਇਆ ਗਾ ਕਿ ਨਸ਼ਿਆਂ ਤੋਂ ਦੂਰ ਰਹੋ। ਮਿਹਨਤ ਕਰਕੇ ਇਹਨਾਂ ਨੇ ਲਵੇ ਤਵੇ ਸਾਡੇ 25 ਪਿੰਡਾਂ ਦੇ ਵਿੱਚ ਮਿਹਨਤ ਕਰਕੇ ਦਿਖਾਈ ਆ। ਇਹਨਾਂ ਦੀ ਮਿਹਨਤ ਸਦਕਾ ਸਾਡੇ ਨਵੇਂ ਨੌਜਵਾਨਾਂ ਨੇ ਬਹੁਤ ਟਰੈਕਟਰ ਨਵੇਂ ਲੈ ਕੇ ਕਿਰਾਏ ਦੇ ਕੰਮ ਕਰਨ ਲੱਗ ਗਏ। ਇਹਨਾਂ ਨੇ ਇੱਕ ਜਾਗਰੂਕਤਾ ਕੀਤੀ ਆ। ਤਰਕਸ਼ੀਲ ਸਟੇਟੀ ਬੰਦੇ ਨੇ ਇਹ, ਵਹਿਮਾਂ ਭਰਮਾਂ ਤੋਂ ਦੂਰ ਰਹੋ, ਮਿਹਨਤ ਕਰੋ, ਮਿਹਨਤ ਕਰਕੇ ਆਪਣੇ ਮਾਂ ਪਿਓ ਦਾ ਨਾਂ ਰੋਸ਼ਨ ਕਰੋ। ਇਹਨਾਂ ਨੇ ਸਾਨੂੰ ਕੁਛ ਨਾ ਕੁਛ ਬਣ ਕੇ ਦਿਖਾਇਆ। ਨੌਜਵਾਨ ਪੀੜ੍ਹੀ ਨੇ ਬਹੁਤ ਕੁਝ ਸਿੱਖਿਆ ਇਹਨਾਂ ਤੋਂ ਤੇ ਇਹ ਬਹੁਤ ਹੀ ਨੌਜਵਾਨ ਪੀੜ੍ਹੀ ਇਹਨਾਂ ਨੂੰ ਦੇਖ ਕੇ ਅੱਗੇ ਕੰਮਕਾਰ ਬਾਰੇ ਸਾਡੇ ਲਵੇ ਤਵੇ ਪਿੰਡਾਂ ਵਿੱਚ ਕਰ ਰਹੀ ਹੈ। ਇਹਨਾਂ ਨੇ ਨਸ਼ਿਆਂ ਤੋਂ ਦੂਰ ਕੀਤਾ, ਵਹਿਮਾਂ ਭਰਮਾਂ ਤੋਂ ਦੂਰ ਕੀਤਾ। ਧੰਨਵਾਦ। ਜਿਨ੍ਹਾਂ ਨੇ ਪੁਰਾਣੇ ਵਿਰਸੇ ਦੀ ਸਾਂਭ ਸੰਭਾਲ ਕਰ ਰਹੇ ਨੇ, ਆਪਣੇ ਕੰਮ ਦੇ ਨਾਲ ਨਾਲ ਇੱਕ ਸ਼ੌਂਕ ਵੀ ਰੱਖਦੇ ਨੇ ਪੁਰਾਣੇ ਸੰਦਾਂ ਨੂੰ ਸਾਂਭਣ ਦਾ। ਤੇ ਸਾਡੇ ਬਜ਼ੁਰਗ ਨੇ ਜਿਹੜੇ ਇਹ ਸੰਦ ਇਹਨਾਂ ਨੇ ਸਾਂਭੇ ਹੋਏ ਨੇ, ਜਿਹੜੇ ਸਾਡੇ ਬਜ਼ੁਰਗ ਨੇ ਜਦੋਂ ਦੇਖਣ ਆਉਂਦੇ ਨੇ ਇਹਨਾਂ ਸੰਦਾਂ ਨੂੰ ਦੇਖ ਕੇ ਉਹਨਾਂ ਨੂੰ ਜਵਾਨੀ ਯਾਦ ਆਉਂਦੀ ਆ। 40-50 ਸਾਲ ਪਿੱਛੇ ਚਲੇ ਜਾਂਦੇ ਨੇ ਤੇ ਉਹ ਟਾਈਮ ਯਾਦ ਕਰਕੇ ਉਹ ਬੜੇ ਖੁਸ਼ ਹੁੰਦੇ ਨੇ, ਉਹਨਾਂ ਨੂੰ ਸਕੂਨ ਮਿਲਦਾ ਗਾ। ਇਹਨਾਂ ਸੰਦਾਂ ਨੂੰ ਦੇਖ ਕੇ ਬੜੇ ਖੁਸ਼ ਹੁੰਦੇ ਨੇ, ਸਾਨੂੰ ਵੀ ਵਧੀਆ ਲੱਗਦਾ ਜੀ। ਤੇ ਇੱਕ ਮੇਨ ਮਕਸਦ ਸੰਦਾਂ ਨੂੰ ਸਾਂਭਣ ਦਾ, ਵਿਰਸੇ ਨੂੰ ਸਾਂਭਣ ਦਾ ਇਹ ਵੀ ਹੈਗਾ ਜੀ, ਜਿਹੜੇ ਸਾਡੇ ਅੱਜ ਦੀ ਪੀੜ੍ਹੀ ਆ ਉਹਨਾਂ ਨੂੰ ਇਹ ਚੀਜ਼ਾਂ ਬਾਰੇ ਨਹੀਂ ਪਤਾ ਵੀ ਸਾਡੇ ਬਜ਼ੁਰਗ ਕਿਸ ਤਰ੍ਹਾਂ ਪਹਿਲਾਂ ਖੇਤੀ ਕਰਦੇ ਸੀਗੇ। ਉਹਨਾਂ ਤੋਂ ਐਂ ਲੱਗਦਾ ਵੀ ਇਸ ਤਰ੍ਹਾਂ ਹੀ ਟਰੈਕਟਰ ਵਾਲੀਆਂ ਸਾਰਾ ਕੁਛ ਮਸ਼ੀਨਰੀ ਦਾ ਯੁੱਗ ਐਂ ਸੀਗਾ ਇਹ। ਉਹਨਾਂ ਨੂੰ ਇਹ ਨਹੀਂ ਪਤਾ ਵੀ ਸਾਡੇ ਬਜ਼ੁਰਗਾਂ ਨੇ ਕਿਵੇਂ ਊਠਾਂ ਨਾਲ, ਬਲਦਾਂ ਨਾਲ ਖੇਤੀ ਕੀਤੀ ਆ ਤੇ ਮਾੜੇ ਟਾਈਮ 'ਚ ਸਾਨੂੰ ਅੱਜ ਤੱਕ ਇੱਥੇ ਲੈ ਕੇ ਆਏ ਨੇਗੇ। ਤੇ ਇਹ ਵਧੀਆ ਚੀਜ਼ ਆ। ਇਹਨਾਂ ਦਾ ਬਹੁਤ ਵੱਡਾ ਸਾਡੇ ਚਾਚੇ ਜੀ ਦਾ ਉਪਰਾਲਾ ਗਾ। ਬਾਕੀ ਜਿੱਦੋਂ ਵੀ ਸਮਾਨ ਇਹਨਾਂ ਨੂੰ ਮਿਲਦਾ ਕਿਤੋਂ ਦੱਸ ਪੈ ਜਾਂਦੀ ਵੀ ਫਲਾਣੇ ਪਿੰਡ ਪੰਜਾਲੀ ਪਈ ਆ, ਫਲਾਣੇ ਪਿੰਡ ਸੁਹਾਗੀ ਪਈ ਆ, ਇਹ ਉਸੇ ਟਾਈਮ ਹੀ ਉਹ ਚੀਜ਼ ਲੈ ਕੇ ਆਉਂਦੇ ਨੇਗੇ। ਬਹੁਤ ਸ਼ੌਂਕ ਰੱਖਦੇ ਨੇ ਇਹਨਾਂ ਦਾ ਇਸ ਸਮਾਨ ਨੂੰ ਸਾਂਭਣ ਤੇ ਨਵੀਂ ਪੀੜ੍ਹੀ ਨੂੰ ਬਹੁਤ ਵੱਡਾ ਜਿਹੜਾ ਸੰਦੇਸ਼ ਦੇ ਰਹੇ ਨੇ। ਇਹਨਾਂ ਦਾ ਬਹੁਤ ਵੱਡਾ ਉਪਰਾਲਾ ਜੀ। ਨਾਮ ਜੀ ਗੁਰਜੀਤ ਸਿੰਘ, ਪਿੰਡ ਲਾਲਿਆਂਵਾਲੀ, ਜ਼ਿਲ੍ਹਾ ਮਾਨਸਾ, ਕਸਬਾ ਝਨੀਰ। ਜਿਹੜਾ ਪੁਰਾਣੇ ਸੰਦਾਂ ਦਾ ਸ਼ੌਂਕ ਆ ਜੀ, ਬਚਪਨ 'ਚ ਹੀ ਸ਼ੌਂਕ ਆ ਜੀ। ਵਾਹਣ ਥੋੜ੍ਹਾ ਹੁੰਦਾ ਜੀ, ਜੋ ਕਿਰਾਏ 'ਤੇ ਵਾਹੁੰਦੇ ਤਾਂ ਬਲਦ ਜਾਂ ਉੱਠ 1986 ਤੇ 80 ਬਲਦਾਂ ਉੱਠਾਂ ਨਾਲ ਵਾਹਣ ਵਾਹੁੰਦੇ ਜੀ ਅਸੀਂ। ਕੋਈ ਸੀਲਰ ਲਵਾਉਣੇ, ਗਮਾਰਾ ਬੀਜਣਾ ਜਾਂ ਉਦੋਂ ਸਰੋਂ ਬੀਜਦੀਆਂ। ਉਸੇ ਕਰਕੇ ਹੀ ਨਿੱਕੇ ਹੁੰਦਿਆਂ ਨੂੰ ਸ਼ੌਂਕ ਪੈ ਗਿਆ ਜੀ ਇੱਕ ਦਿਨ ਇਹ ਸਮਾਨ ਇਕੱਠਾ ਕਰਨਾ। ਹੌਲੀ ਹੌਲੀ ਸ਼ੌਂਕ ਪਿਆ ਜੀ। ਫਿਰ ਲਾਗਲੇ ਪਿੰਡਾਂ 'ਚ ਹੁਣ ਮੈਂ ਜੋ ਕੰਪਿਊਟਰ ਕਰਾ ਲਾਉਣ ਜਾਂਦਾ ਜੀ, ਤਾਂ ਸਾਰੇ ਪਿੰਡਾਂ 'ਚ ਮੇਰੀ ਜਾਣ ਪਛਾਣ ਕਰਕੇ ਤਾਂ ਉਹਨਾਂ ਨੇ ਮੈਨੂੰ ਫ੍ਰੀ ਸਮਾਨ ਦਿੱਤਾ ਜੀ। ਪਿੰਡ ਨੇ ਜੀ ਉਹ ਲਾਲੇ ਵਾਲੀ, ਸਾਹਨੇ ਵਾਲੀ ਹੋ ਗਿਆ ਜੀ, ਝਨੀਰ ਹੋ ਗਿਆ ਜੀ, ਤੇ ਆਪਣਾ ਚਹਿਰਾਂ ਵਾਲੀ ਹੋ ਗਿਆ, ਰਾਪਰ ਹੋ ਗਿਆ, ਦਸੌਂਦੀਆ, ਭਲੇਈ, ਭੰਮੀ। ਇਹ ਪਿੰਡਾਂ 'ਚ ਜਿੰਨਾ ਮੈਂ ਕਰਾ ਲਵਾਂ ਮੈਨੂੰ ਸਾਰਾ ਸਮਾਨ ਜੀ, ਇਹ ਜਿਵੇਂ ਹਾਲ ਤਰਪਾਲੀ ਜਿੰਨਾ ਸਮਾਨ ਦਿੱਤਾ ਜੀ, ਸਾਰੇ ਫ੍ਰੀ ਦਿੱਤਾ ਸਮਾਨ। ਆਉਣ ਵਾਲੇ ਸਮੇਂ 'ਚ ਵੀ ਗੱਡਾ, ਜਿਵੇਂ ਉੱਠ ਰੇਹੜੀ ਹੁੰਦੀ ਸੀ, ਉੱਠ ਵੀ ਲੈ ਕੇ ਆਉਣਾ ਜੀ ਮੈਡੀ ਤੋਂ ਆਉਣ ਵਾਲੇ ਟਾਈਮ 'ਚ। ਇੱਕ ਜਣੇ ਕਿ ਜੀ ਆਪਣਾ ਹਲਟ ਹੁੰਦੇ ਜੀ, ਉਹ ਵੀ ਲਾਉਣਾ ਘਰੇ। ਵੱਡਾ ਇੰਜਨ ਚੱਕੀ 'ਤੇ ਚੱਲਦਾ ਹੁੰਦਾ ਸੀ 1982-83 'ਚ, ਉਹ ਵੀ ਲੈ ਕੇ ਆਉਣਾ ਜੀ। ਆਉਣ ਵਾਲੇ ਨੌਜਵਾਨ ਪੀੜ੍ਹੀ ਨੂੰ ਦੱਸਣ ਲਈ, ਜਿਹੜੇ ਸਾਡੇ ਬਜ਼ੁਰਗ ਸੀ ਵੀ ਪਹਿਲਾਂ ਇੱਕ ਹਾਲ ਵਾਹੁੰਦੇ, ਤੜਕੇ 4 ਵਜੇ ਜਾਂਦੇ ਤੇ ਹੱਥ ਨੂੰ ਕਿੱਲਾ ਵਾਹੁੰਦੇ। ਹੁਣ ਤਾਂ ਟਰੈਕਟਰ 1 ਘੰਟੇ 'ਚ 5-5 ਕਿੱਲੇ ਵਾਹੁੰਦਾ। ਤਾਂਹੀਓ ਸਾਡੇ ਬਜ਼ੁਰਗ ਨਰੋਏ ਤਾਕੜੇ ਸੀ, ਹੱਥੀਂ ਕੰਮ ਸੀ ਬਾਹਲਾ ਜੀ। ਇਸੇ ਕਰਕੇ ਆਉਣ ਵਾਲੇ ਸਮੇਂ 'ਚ ਸ਼ੁਰੂਆਤ ਹੈ ਜੀ ਇਹ ਸਮਾਨ ਹੋਰ ਹੀ ਵੱਧ ਤੋਂ ਵੱਧ ਇਕੱਠਾਂਗੇ ਕਰਾਂਗੇ ਜੀ। ਜ਼ਿਲ੍ਹਾ ਪੁਲਿਸ ਮੋਗਾ ਵੱਲੋਂ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਵਿੱਢੀ ਮੁਹਿੰਮ ਤਹਿਤ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੇ 2 ਕਿਲੋ 600 ਗ੍ਰਾਮ ਅਫੀਮ, 15 ਗ੍ਰਾਮ ਹੈਰੋਇਨ ਅਤੇ 180 ਨਸ਼ੀਲੀਆਂ ਗੋਲੀਆਂ ਸਮੇਤ 5 ਜਣਿਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਬਦਨੀ ਕਲਾਂ ਦੇ ਏਐਸਆਈ ਪਾਲ ਸਿੰਘ ਅਤੇ ਹੌਲਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਪੁਲਿਸ ਪਾਰਟੀ ਸਮੇਤ ਪਿੰਡ ਰਣੀਆਂ ਨੇੜੇ ਗਸ਼ਤ ਦੌਰਾਨ ਗੁਪਤ ਸੂਚਨਾ ਦੇ ਆਧਾਰ ਤੇ ਇਹ ਸਾਰੀ ਛਾਪੇਮਾਰੀ ਕੀਤੀ ਗਈ ਸੀ। ਜੀ ਅਸੀਂ ਥੋੜ੍ਹੇ ਦਿਨ ਪਹਿਲਾਂ ਇੱਕ ਸਾਡੇ ਜਿਹੜੇ ਇੱਕ ਮੁਲਾਜ਼ਮ ਤੇ ਗੋਲੀ ਵੱਜ ਗਈ ਸੀ, ਉਹ 2 ਬੰਦੇ ਅਸੀਂ ਗ੍ਰਿਫਤਾਰ ਕੀਤੇ ਸੀ, ਜਿਨ੍ਹਾਂ ਕੋਲੋਂ ਇੱਕ ਪਿਸਟਲ ਅਸੀਂ ਬਰਾਮਦ ਕੀਤਾ ਸੀ। ਤੇ ਉਦੋਂ ਬਾਅਦ ਫਿਰ ਉਹਨਾਂ ਦੀ ਗ੍ਰਿਫਤਾਰੀ ਦੇ ਵਿੱਚ ਜਦੋਂ ਪਾਈ ਹੈ ਤੇ ਉਹਦੇ ਵਿੱਚ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਇੱਕ
ਨਵਦੀਪ ਨਵੀ ਜੌਨ ਬੁੱਟਰ ਜੋ ਪਹਿਲਾਂ ਹੀ ਫਰੀਦਕੋਟ ਜੇਲ੍ਹ ਦੇ ਵਿੱਚ ਬੰਦ ਆ, ਉਹਨੂੰ ਅਸੀਂ ਪ੍ਰੋਟੈਕਸ਼ਨ ਵਾਰੰਟ ਤੇ ਲਿਆਂਦਾ ਸੀ, ਜਿਹਨੇ ਇਹਨੂੰ ਪਿਸਟਲ ਦਵਾਇਆ ਸੀ। ਉਹਨਾਂ ਦੀ ਅਸੀਂ ਪੁੱਛਗਿੱਛ ਕੀਤੀ ਹੈ। ਉਸ ਪੁੱਛਗਿੱਛ ਦੇ ਵਿੱਚੋਂ ਜਿਹੜੇ ਇਹਨੇ 10 ਰਾਊਂਡ ਜਿਹੜੇ ਆ ਇਹਨੇ ਆਪਾਂ ਨੂੰ ਦਵਾਇਆ, ਕਾਲੇ ਤੇ ਨਿੰਮੇ ਉਹਨਾਂ ਨੂੰ ਦਵਾਏ ਸੀ, ਇਹ ਭੋਲਾ ਸ਼ੂਟਰ ਤੇ ਗੁਰਦੀਪ ਮਾਨਾ ਦੇ ਥਰੂ। ਤੇ ਇਸੇ ਤਰ੍ਹਾਂ ਹੀ ਜਿਹੜੇ ਇਹਨਾਂ ਨੇ 2 ਪਿਸਤੌਲ ਨਵਦੀਪ ਨਬੀ ਨੇ ਭੋਲਾ ਸ਼ੂਟਰ ਦੇ ਰਾਹੀਂ ਕਿਸੇ ਬੰਦੇ ਰਾਹੀਂ ਗੁਰਮੀਤ ਸਿੰਘ ਹੈਗਾ ਤਲਵੰਡੀ ਪਾਈ ਦਾ, ਉਹਨੂੰ ਦਵਾਏ ਸੀ। ਉਹਨਾਂ ਨੂੰ ਅਸੀਂ ਉਸ ਮੁਕੱਦਮੇ ਦੇ ਵਿੱਚ ਨਾਮਜ਼ਦ ਕਰਕੇ ਤੇ ਹੁਣ ਅਸੀਂ ਉਹਨਾਂ ਦੀ ਅਸੀਂ ਪੁੱਛਗਿੱਛ ਕੀਤੀ। ਉਹ ਤੋਂ 2 ਪਿਸਟਲ ਦੇਸੀ ਕੱਟੇ 315 ਬੋਰ ਦੇ ਤੇ 18 ਰਾਊਂਡ ਜਿਹੜੇ ਖੋਲ ਤੇ 6 ਜਿੰਦਾ ਇਹ ਅਸੀਂ ਬਰਾਮਦ ਕੀਤੇ। ਗੁਰਦਾਸਪੁਰ ਪੁਲਿਸ ਦੇ ਅਧੀਨ ਪੈਂਦੇ ਥਾਣਾ ਦੁਰਾਂਗਲਾ ਦੀ ਪੁਲਿਸ ਨੇ ਬੀਤੀ ਰਾਤ 395 ਗ੍ਰਾਮ ਹੈਰੋਇਨ ਸਮੇਤ ਇੱਕ ਤਸਕਰ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤਾ ਹੈ। ਪ੍ਰੈਸ ਵਾਰਤਾ ਦੌਰਾਨ ਜਾਣਕਾਰੀ ਦਿੰਦਿਆਂ ਡੀਐਸਪੀ ਰਾਜਵੀਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਦੁਰਾਂਗਲਾ ਪੁਲਿਸ ਪਾਰਟੀ ਨੇ ਟੋਟਾ ਮੋੜ ਤੇ ਨਾਕਾ ਲਗਾਇਆ ਹੋਇਆ ਸੀ ਤਾਂ ਮੋਪੇਡ ਤੇ ਇੱਕ ਨੌਜਵਾਨ ਆਉਂਦਾ ਦਿਖਾਈ ਦਿੱਤਾ, ਜਿਸ ਕੋਲੋਂ ਤਲਾਸ਼ੀ ਦੌਰਾਨ 395 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਉਹਨਾਂ ਦੱਸਿਆ ਕਿ ਆਰੋਪੀ ਦੀ ਪਹਿਚਾਣ ਅਸ਼ਵਨੀ ਕੁਮਾਰ ਪੁੱਤਰ ਫੂਲਾਰਾਮ ਵਾਸੀ ਮਾਜਰਾ ਥਾਣਾ ਡਮਟਾਲ ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼ ਦੇ ਰੂਪ ਵਜੋਂ ਹੋਈ ਹੈ। ਖਿਲਾਫ ਦਿੱਤੀਆਂ ਸਖਤ ਹਦਾਇਤਾਂ ਦੇ ਤਹਿਤ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਨਾਨਕ ਸਿੰਘ ਆਈਪੀਐਸ ਗੁਰਦਾਸਪੁਰ ਜੀ ਦੀਆਂ ਸਖਤ ਹਦਾਇਤਾਂ ਦੇ ਅਨੁਸਾਰ ਉਸ ਵੇਲੇ ਜਿਹੜਾ ਵਾ ਸਬ ਡਿਵੀਜ਼ਨ ਦੀਨਾਨਗਰ ਦੇ ਥਾਣੇ ਦਰਾਂਗਲਾ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਮਿਤੀ 12/9/21 ਨੂੰ ਉਹਨਾਂ ਨੇ ਇੱਥੇ ਜਿਹੜਾ ਵਾ ਟੋਟਾ ਮੋੜ ਗਾਲੜੀ ਵਾਲੀ ਸਾਈਡ ਦੇ ਉੱਤੇ ਨਾਕਾ ਲਾਇਆ ਸੀਗਾ ਤੇ ਇੱਕ ਜਿਹੜੀ ਆ TVS ਸਕੂਟਰੀ ਦੇ ਉੱਤੇ ਇੱਕ ਨੌਜਵਾਨ ਆਉਂਦਾ ਦਿਖਾਈ ਦਿੱਤਾ, ਜਿਸ ਨੂੰ ਸ਼ੱਕ ਪੈਣ ਦੇ ਉੱਤੇ ਜਿਹੜਾ ਉਹ ਪਿੱਛੇ ਨੂੰ ਮੁੜਨ ਲੱਗਾ। ਜੋ ਰੋਕ ਕੇ ਉਹਨੂੰ ਚੈੱਕ ਕੀਤਾ, ਜਿੰਨੇ ਆਪਣਾ ਨਾਮ ਪਤਾ ਜਿਹੜਾ ਵਾ ਅਸ਼ਵਨੀ ਕੁਮਾਰ ਪੁੱਤਰ ਫੂਲਾਰਾਮ ਵਾਸੀ ਮਾਜਰਾ ਥਾਣਾ ਡਮਟਾਲ ਜਿਹੜਾ ਕਾਂਗੜਾ ਹਿਮਾਚਲ ਪ੍ਰਦੇਸ਼ ਦੱਸਿਆ ਤੇ ਜਿਸ ਦੀ ਜਿਹੜੀ ਆ ਤਲਾਸ਼ੀ ਜਿਹੜੀ ਆ ਉਹ ਮੇਰੀ DSP ਦੀ ਹਾਜ਼ਰੀ ਦੇ ਵਿੱਚ ਜਿਹੜੀ ਆ ਉਹ ਕੀਤੀ ਗਈ। ਜਿਹੜੇ ਉਹਦੇ ਸਕੂਟਰੀ ਦੀ ਜਿਹੜੀ ਆ ਉਹਦੀ ਡਿੱਗੀ ਦੇ ਵਿੱਚੋਂ ਜਿਹੜਾ ਵਾ ਹੈਰੋਇਨ ਜਿਹੜੀ ਆ ਇੱਕ ਮੋਮੀ ਲਿਫਾਫੇ 'ਚ ਵਲੇਟੀ ਜਿਹੜੀ ਆ ਉਹ ਬਰਾਮਦ ਹੋਈ, ਜਿਹਦਾ ਵੇਟ ਕਰਨ ਦੇ ਉੱਤੇ ਜਿਹੜੀ ਆ 395 ਗ੍ਰਾਮ ਹੋਈ। ਜੋ ਦੋਸ਼ੀ ਅਸ਼ਵਨੀ ਕੁਮਾਰ ਦੇ ਖਿਲਾਫ ਜਿਹੜਾ ਵਾ ਥਾਣਾ ਦਰਾਂਗਲਾ ਵਿਖੇ ਮੁਕੱਦਮਾ ਨੰਬਰ 67 12/9/2021 ਜੁਰਮ 21C 6185 NDPS ਥਾਣਾ ਦਰਾਂਗਲਾ ਤਹਿਤ ਦਰਜ ਕੀਤਾ ਗਿਆ ਵਾ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕੋਈ ਵੀ ਸਿਆਸੀ ਪਾਰਟੀ ਜੇਕਰ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਤੋਂ ਬਾਹਰ ਜਾ ਕੇ ਚੋਣ ਰੈਲੀਆਂ ਤੇ ਪ੍ਰਚਾਰ ਕਰੇਗੀ, ਉਸ ਨੂੰ ਕਿਸਾਨ ਅੰਦੋਲਨ ਦਾ ਵਿਰੋਧੀ ਸਮਝਿਆ ਜਾਵੇਗਾ। ਇਸ ਲਈ ਜਦੋਂ ਤੱਕ ਚੋਣ ਕਮਿਸ਼ਨ ਦਾ ਐਲਾਨ ਚੋਣਾਂ ਦਾ ਐਲਾਨ ਨਹੀਂ ਕਰ ਦਿੰਦਾ, ਉਸ ਸਮੇਂ ਕੋਈ ਵੀ ਸਿਆਸੀ ਪਾਰਟੀ ਆਪਣਾ ਚੋਣ ਪ੍ਰਚਾਰ ਨਾ ਕਰੇ। ਜਗਜੀਤ ਸਿੰਘ ਡੱਲੇਵਾਲ ਅੱਜ ਫਤਿਹਗੜ੍ਹ ਸਾਹਿਬ ਵਿਖੇ ਕਿਸਾਨ ਯੂਨੀਅਨ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਨ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਆਪਣੇ ਹੱਕਾਂ ਲਈ ਜਾਗਰੂਕ ਹੁੰਦੇ ਹੋਏ ਅੱਗੇ ਆਉਣਾ ਚਾਹੀਦਾ ਹੈ, ਕਿਉਂਕਿ ਇਹ ਲੜਾਈ ਉਹਨਾਂ ਦੇ ਭਵਿੱਖ ਨੂੰ ਬਚਾਉਣ ਲਈ ਲੜੀ ਜਾ ਰਹੀ ਹੈ। ਦੇਖੋ, ਸਾਡੀ ਜਿਹੜੀ ਅੱਜ ਦੀ ਮੀਟਿੰਗ ਹੈ ਨਾ ਜੀ, ਇਸ ਮੀਟਿੰਗ ਦਾ ਜਿਹੜਾ ਮੇਨ ਏਜੰਡਾ ਸੀ ਉਹ ਇਹ ਸੀਗਾ ਕਿ ਅਸੀਂ ਸਮਝਦੇ ਹਾਂ ਕਿ ਸਾਡਾ ਆਉਣ ਵਾਲਾ ਜਿਹੜਾ ਸਮਾਂ ਜਿਹੜੇ ਜਿਸ ਤਰ੍ਹਾਂ ਦੇ ਅਜਿਹੇ ਕਾਨੂੰਨ ਜਿਸ ਤਰ੍ਹਾਂ ਆ ਰਹੇ ਨੇ, ਇਹ ਇੱਕ ਗੈਟ ਦੀ ਦੇਣ ਹੈ। ਗੈਟ ਦੇ ਵਿੱਚੋਂ ਨਿਕਲ ਕੇ ਆਏ ਕਾਨੂੰਨ ਨੇ, ਉਹਦੇ ਖਿਲਾਫ ਲੜਾਈ ਆਉਣ ਵਾਲੇ ਸਮੇਂ ਦੇ ਵਿੱਚ ਵੱਡੀ ਪੱਧਰ ਤੇ ਲੜਨ ਦੀ ਲੋੜ ਹੈ। ਔਰ ਉਸ ਲੜਾਈ ਨੂੰ ਲੜਨ ਦੇ ਲਈ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ, ਜਿਹੜੀ ਜਨਰੇਸ਼ਨ ਹੈ ਨਵੀਂ, ਉਹਨੂੰ ਜਾਗਰੂਕ ਕਰਨਾ ਅਤੀ ਜ਼ਰੂਰੀ ਸਮਝਦਾ ਹੋਇਆ ਅਸੀਂ ਇੱਥੇ ਮੀਟਿੰਗ ਰੱਖੀ ਸੀ। ਔਰ ਇੱਥੇ ਅਸੀਂ ਅੱਜ ਨਵੀਂ ਸਾਡੀ ਟੀਮ ਦੀ ਚੋਣ ਕੀਤੀ ਹੈ, ਜਿਹਨੇ ਜਿਹੜੀ ਅੱਗੇ ਤੋਂ ਸਾਡਾ ਮਤਲਬ ਇੱਥੇ ਫਤਿਹਗੜ੍ਹ ਸਾਹਿਬ ਦੇ ਵਿੱਚ ਯੂਥ ਵਿੰਗ ਵਜੋਂ ਉਹਨੇ ਆਪਣੀ ਡਿਊਟੀ ਨਿਭਾਉਣੀ ਹੈ, ਜਿਹਦਾ ਮੁੰਡਾ ਗੁਰਜਿੰਦਰ ਸਿੰਘ ਗੱਗੀ ਨੂੰ ਅਸੀਂ ਜ਼ਿਲ੍ਹੇ ਦੇ ਕਨਵੀਨਰ ਦੇ ਤੌਰ ਤੇ ਡਿਊਟੀ ਦਿੱਤੀ ਗਈ ਹੈ। ਉਹਨਾਂ ਦੇ ਨਾਲ ਇੱਕ ਮੁੰਡਾ ਮਨਪ੍ਰੀਤ ਸਿੰਘ ਹੈ, ਉਹਨਾਂ ਨੂੰ ਡਿਊਟੀ ਦਿੱਤੀ ਗਈ ਹੈ। ਤੇ ਕੁੱਲ ਸਾਰੇ ਮਿਲਾ ਕੇ ਅਸੀਂ 11 ਮੁੰਡੇ ਨੇ ਇਹ, ਜਿਨ੍ਹਾਂ ਨੂੰ ਗੁਰਜਿੰਦਰ ਦੀ ਡਿਊਟੀ ਲਾ ਦਿੱਤੀ ਗਈ ਹੈ ਕਿ ਬਾਕੀ ਜਿਹੜੇ ਮੁੰਡਿਆਂ ਨੂੰ ਜਿਹੇ ਜੀ ਵੀ ਉਹ ਡਿਊਟੀ ਸੰਭਾਲ ਸਕਦੇ ਆ, ਉਹਨਾਂ ਨੂੰ ਉਹੋ ਜੀ ਡਿਊਟੀ ਦੇ ਉੱਤੇ ਲਾਇਆ ਜਾਏ, ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੀ ਜਿਹੜੀ ਲੜਾਈ ਹੈ ਨਾ ਜੀ, ਜਿਹੜੀ ਗੈਟ ਦੇ ਖਿਲਾਫ ਲੜਾਈ ਹੈ, ਡਾਕਟਰ ਸਵਾਮੀਨਾਥਨ ਦੇ ਖਿਲਾਫ ਲੜਾਈ ਹੈ, ਸਵਾਮੀਨਾਥਨ ਦੀ ਰਿਪੋਰਟ ਲੈਣ ਦੇ ਲਈ ਜਿਹੜੀ ਲੜਾਈ ਹੈ, ਉਸ ਲੜਾਈ ਨੂੰ ਕਾਮਯਾਬ ਕਰਨ ਵਾਸਤੇ ਸਾਨੂੰ ਲੱਗਦਾ ਸੀਗਾ ਕਿ ਆਉਣ ਵਾਲੀ ਪੀੜ੍ਹੀ ਜਿਹੜੀ ਸਾਡੀ ਉਸ ਮੈਦਾਨ ਦੇ ਵਿੱਚ ਉਤਰਨੀ ਚਾਹੀਦੀ ਹੈ, ਜਿਹਦੇ 2 ਫਾਇਦੇ ਹੋਣਗੇ। ਉਹ ਸਾਡੀ ਅੱਜ ਵੀ ਸਾਡੇ ਇਸ ਮੋਰਚੇ 'ਚ ਵੀ ਸਾਡਾ ਸਹਿਯੋਗ ਕਰੇਗੀ, ਔਰ ਇਹਦੇ ਤੋਂ ਨਾਲ ਦੀ ਨਾਲ ਉਹ ਗਿਆਨ ਹਾਸਲ ਕਰਦੀ ਹੋਈ, ਸਿੱਖਿਆ ਹਾਸਲ ਕਰਦੀ ਹੋਈ, ਅੰਦੋਲਨ ਦੇ ਦਾਅ ਪੇਚਾਂ ਨੂੰ ਸਮਝਦੀ ਹੋਈ ਅੱਗੇ ਵਾਲੇ ਜਿਹੜੇ ਅੰਦੋਲਨ ਲੜਨੇ ਆ
ਉਹਨਾਂ ਲਈ ਅਸੀਂ ਉਹ ਪਨੀਰੀ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਉਹਦੇ ਵਾਸਤੇ ਅਸੀਂ ਇੱਥੇ ਮੀਟਿੰਗ ਕੀਤੀ ਸੀ, ਉਹ ਮੀਟਿੰਗ ਸਾਡੀ ਸਫਲ ਹੋਈ। ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਆਪਣੇ ਇਖਤਿਆਰੀ ਫੰਡ ਵਿੱਚੋਂ ਦਿੱਤੇ ਗਏ 1 ਕਰੋੜ 18 ਲੱਖ ਰੁਪਏ ਦੀ ਲਾਗਤ ਨਾਲ ਗੁਰਦਾਸਪੁਰ ਦੇ ਹਲਕਾ ਧਾਲੀਵਾਲ ਵਿੱਚ CHC ਵਿਖੇ ਬਣਨ ਵਾਲੇ 5 LPM ਆਕਸੀਜਨ ਪਲਾਂਟ ਦਾ ਨੀਂਹ ਪੱਥਰ ਰੱਖਿਆ ਗਿਆ। 31 ਅਕਤੂਬਰ 2021 ਤੱਕ ਬਣ ਕੇ ਮੁਕੰਮਲ ਹੋ ਜਾਵੇਗਾ। ਇਸ ਮੌਕੇ ਬੋਲਦਿਆਂ ਹੋਇਆ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਦੇਸ਼ ਵਿਦੇਸ਼ ਵਿੱਚ ਰਹਿੰਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਜਗਤ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਬ ਦੀ ਵਧਾਈ ਦਿੰਦਿਆਂ ਸਰਬਤ ਦੇ ਭਲੇ ਦੀ ਅਰਦਾਸ ਵੀ ਕੀਤੀ ਗਈ। ਤੁਹਾਨੂੰ ਪਤਾ ਹੈ ਕਿ 1.25 ਕਰੋੜ ਰੁਪਈਆ ਮੈਂ ਆਪਣੇ MP ਲੈਂਡ ਫੰਡ ਚੋਂ ਤਕਰੀਬਨ 1 ਕਰੋੜ 18 ਲੱਖ ਰੁਪਇਆ ਧਾਰੀਵਾਲ ਦੇ ਵਿੱਚ ਜਿਹੜਾ ਸਾਡੀ 40 ਬੈੱਡਡ PHC ਹੈ, ਇਹਨੂੰ ਇਹ ਮੈਂ ਸਮਝਦਾ ਕਿ ਸਾਰਿਆਂ ਨੂੰ ਅੱਛਾ ਕੰਮ ਮੈਂਬਰ ਐਜ਼ ਅ ਮੈਂਬਰ ਆਫ ਪਾਰਲੀਮੈਂਟ ਜੋ ਹੋਇਆ ਇਹ ਹੋਇਆ ਕਿ ਆਕਸੀਜਨ ਜਿਹੜੀ ਹੈ ਇਹ ਸਾਰਿਆਂ ਨੂੰ ਵੱਡਾ ਜ਼ਿੰਦਗੀ ਦਾ ਆਕਸੀਜਨ ਤੋਂ ਬਿਨਾਂ 1 ਸੈਕਿੰਡ ਨਹੀਂ ਨਿਕਲ ਸਕਦਾ। ਸੋ ਇਹ ਹਰ ਬੈੱਡ ਦੇ ਉੱਤੇ ਡਾਇਰੈਕਟ ਆਕਸੀਜਨ ਦੀ ਜਦੋਂ ਵੀ ਲੋੜ ਪਏਗੀ ਸਾਰੇ ਇੱਥੇ ਜਿਹੜੇ ਪੇਸ਼ੈਂਟਸ ਆਣਗੇ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾ ਰਹੀ ਹੈ। ਹਸਪੀਟਲ ਦੀ ਫੈਸਿਲਿਟੀਜ਼ ਬਹੁਤ ਅੱਛੀਆਂ ਨੇ। ਮੈਂ ਡਿਪਟੀ ਕਮਿਸ਼ਨਰ ਸਾਹਿਬ ਨੂੰ, ਸਾਡੇ ਸਿਵਲ ਸਰਜਨ ਸਾਹਿਬ ਨੂੰ, ਆਪਣੇ SSP ਸਾਹਿਬ ਸਾਰਿਆਂ ਨੂੰ ਮੁਬਾਰਕ ਦੇਣਾ ਤੇ MLA ਸਾਹਿਬ ਨੂੰ ਕਿ ਸਾਰਿਆਂ ਨੂੰ ਪਹਿਲਾ ਆਕਸੀਜਨ ਪਲਾਂਟ ਮੈਂ ਆਪਣੇ MP ਲੈਂਡ ਫੰਡ ਚੋਂ ਕਾਦੀਆਂ ਇਸ ਅਸੈਂਬਲੀ ਹਲਕੇ ਤੇ ਲਾਇਆ। ਤੇ ਬਾਕੀ ਅੱਜ ਲੰਬੀ ਚੌੜੀ ਨਾ ਗੱਲ ਕਰਦੇ ਹੋਏ ਪਹਿਲੀ ਪਾਤਸ਼ਾਹੀ ਦੇ ਵਿਆਹ ਦੇ ਸ਼ੁਭ ਦਿਹਾੜੇ ਤੇ ਸਮੁੱਚੇ ਪੰਜਾਬ ਨੂੰ, ਸਮੁੱਚੇ ਪੰਜਾਬੀ ਜਗਤ ਨੂੰ ਆਪਣੀ ਗਵਰਨਮੈਂਟ ਵੱਲੋਂ, ਆਪਣੀ ਪਾਰਟੀ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਵੀ ਦੇਣਾ, ਵੈਲਕਮ ਵੀ ਕਰਨਾ ਤੇ ਇੱਕ ਅਰਦਾਸ ਪਹਿਲੀ ਪਾਤਸ਼ਾਹੀ ਦੇ ਚਰਨਾਂ 'ਚ ਕਰਾਂਗੇ ਕਿ ਜਿੱਥੇ ਜਿੱਥੇ ਵੀ ਸਾਡੇ ਪੰਜਾਬੀ ਵੀਰ ਵਸਦੇ ਨੇ ਉਹ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ ਤੇ ਸੂਬਾ ਸਾਡੀ ਤੇ ਦੇਸ਼ ਸਾਡਾ ਚੜ੍ਹਦੀ ਕਲਾ 'ਚ ਰਹੇ। ਬਹੁਤ ਬਹੁਤ ਸ਼ੁਕਰੀਆ। ਅਜੇ ਬਟਾਲਾ ਹੋਏਗਾ, ਅਜੇ ਟਾਈਮ ਲੱਗੇ, ਹਰ ਚੀਜ਼ ਨੂੰ ਟਾਈਮ ਲੱਗਦਾ ਹੁੰਦਾ। ਹਾਂ, ਭਾਵੇਂ ਸਾਡੇ ਦੇਸ਼ ਨੂੰ ਆਜ਼ਾਦ ਹੋਇਆਂ 75 ਸਾਲ ਦੇ ਕਰੀਬ ਦਾ ਸਮਾਂ ਹੋ ਚੁੱਕਾ ਹੈ ਤੇ ਸਰਕਾਰਾਂ ਵੱਲੋਂ ਡਿਜੀਟਲ ਭਾਰਤ ਦੀਆਂ ਵੱਡੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ, ਪਰ ਸਾਡੇ ਦੇਸ਼ ਵਿੱਚ ਬਹੁਤ ਸਾਰੇ ਲੋਕ ਇੰਨੀ ਗਰੀਬੀ ਦੇ ਜੀਵਨ ਬਤੀਤ ਕਰ ਰਹੇ ਹਨ, ਜਿਨ੍ਹਾਂ ਦੀ ਇੱਕ ਮਿਸਾਲ ਹੈ ਖੰਨਾ ਦੇ ਨੇੜਲੇ ਪਿੰਡ ਲਲੋੜੀ ਕਲਾਂ ਦੀ, ਜਿੱਥੇ 70 ਸਾਲ ਦੇ ਕਰੀਬ ਇੱਕ ਵਿਧਵਾ ਬਜ਼ੁਰਗ ਮਾਤਾ ਸ਼ਿੰਦਰ ਕੌਰ, ਜਿਸ ਦੀ ਕੋਈ ਔਲਾਦ ਵੀ ਨਹੀਂ ਹੈ, ਘਰ ਦੀ ਛੱਤ ਪਿਛਲੇ 2 ਸਾਲਾਂ ਤੋਂ ਡਿੱਗੀ ਪਈ ਹੈ। ਗਰੀਬੀ ਕਾਰਨ ਉਸ ਕੋਲ ਛੱਤ ਠੀਕ ਕਰਵਾਉਣ ਤੱਕ ਪੈਸੇ ਤੱਕ ਨਹੀਂ ਹਨ। ਪ੍ਰਸ਼ਾਸਨ ਨੂੰ ਵੀ ਕਈ ਵਾਰ ਲਿਖਤੀ ਗੁਹਾਰ ਲਗਾ ਚੁੱਕੀ ਹੈ, ਪਰ ਇਸ ਦੇ ਬਾਵਜੂਦ ਉਸ ਦੀ ਮਦਦ ਨਹੀਂ ਕੀਤੀ। ਹੁਣ ਇਸ ਵਿਧਵਾ ਬਜ਼ੁਰਗ ਔਰਤ ਨੇ NRI ਭੈਣਾਂ ਭਰਾਵਾਂ ਅੱਗੇ ਮਦਦ ਦੀ ਗੁਹਾਰ ਲਗਾਈ ਹੈ। ਕੋਈ ਵੀ NRI ਵੀਰ ਭੈਣ ਭਰਾ ਅਗਰ ਇਸ ਬਜ਼ੁਰਗ ਔਰਤ ਦੀ ਅਪੀਲ ਸੁਣਦਾ ਹੈ ਤਾਂ ਸਾਡੇ ਹੈਲਪਲਾਈਨ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ ਅਤੇ ਇਸ ਗਰੀਬ ਦੀ ਮਦਦ ਕਰ ਸਕਦਾ ਹੈ। ਮਾਤਾ ਜੀ ਕੀ ਨਾਮ ਹੈ ਤੁਹਾਡਾ? ਸ਼ਿੰਦਰ ਕੌਰ ਆ ਜੀ। ਕਿਹੜਾ ਪਿੰਡ ਹੈ? ਲਲੌੜੀ ਕਲਾ। ਕੀ ਸਮੱਸਿਆ ਹੈਗੀ ਤੁਹਾਡੀ ਮਕਾਨ ਦੀ? ਸਾਡੇ ਸਮੱਸਿਆ ਜੀ ਬੁਰਾ ਹਾਲ ਆ। ਕਿੰਨਾ ਚਿਰ ਤੋਂ ਹੈਗਾ ਜਿਹੜਾ ਇਹ ਜੀ ਹੈ ਤਾਂ 10 ਸਾਲ ਤੋਂ ਵੱਧ ਉਹਦਾ, ਜਾਣੀ ਹੁਣ ਜ਼ਿਆਦਾ 3 ਸਾਲ ਤੋਂ ਹੋ ਗਿਆ। ਤੁਸੀਂ ਇਸ ਮਕਾਨ ਦੇ ਵਿੱਚ ਇਕੱਲੇ ਰਹਿੰਦੇ ਹੋ? ਹਾਂਜੀ ਇਕੱਲੇ ਰਹਿੰਦੇ ਆ। ਕੀ ਤੁਹਾਡੇ ਬੱਚੇ ਜਾਂ ਤੁਹਾਡੇ ਪਤੀ ਵਗੈਰਾ? ਨਹੀਂ ਜੀ ਕੁਝ ਨਹੀਂ ਹੈਗਾ, ਮੈਂ ਤਾਂ ਇਕੱਲੀ ਹੈਗੀ। ਮਾਂ ਬਾਪ ਵੀ 20-25 ਸਾਲ ਹੋ ਗਏ ਗੁਜ਼ਰਿਆ ਨੂੰ, ਮੈਂ ਤਾਂ ਇਕੱਲੀ ਆ। ਜਿਹੜੀ ਇਹ ਮਕਾਨ ਦੀ ਛੱਤ ਡਿੱਗੀ ਆ, ਤੁਸੀਂ ਪ੍ਰਸ਼ਾਸਨ ਨੂੰ ਦਿੱਤੀ ਅਧਿਕਾਰੀਆਂ ਨੂੰ ਕੋਈ ਲਿਖਤੀ ਰੂਪ 'ਚ ਸ਼ਿਕਾਇਤ ਇਹਦੀ? ਹਾਂ ਜੀ ਸਮਰਾਲੇ ਵੀ ਦਿੱਤੀ ਆ ਦਰਖਾਸਤ, ਕੋਈ ਸਾਡੀ ਸੁਣਵਾਈ ਹੈ ਨਹੀਂ ਜੀ ਜਮਾਂ ਹੀ। ਵੋਟਾਂ ਆਉਂਦੇ ਨੇ ਲੈ ਜਾਂਦੇ ਨੇ, ਵੋਟਾਂ ਲਾਉਂਦੇ, ਕੋਈ ਸਾਡੀ ਸੁਣਵਾਈ ਨਹੀਂ ਹੈਗੀ। ਜਿਵੇਂ ਹੁਣ ਵੋਟਾਂ ਆ ਰਹੀਆਂ ਨੇ, ਕੀ ਜਿਹੜੇ ਲੀਡਰ ਆਉਣਗੇ ਤੁਸੀਂ ਉਹਨਾਂ ਨੂੰ ਇਹ ਸਵਾਲ ਕਰੋਗੇ? ਮੈਂ ਤਾਂ ਬਥੇਰਾ ਪਿੱਟਦੀ ਹਾਂ ਜੀ, ਬਹੁਤ ਕੁਝ ਕਹਿੰਦੀ ਹਾਂ ਮੈਂ, ਸਾਡੀ ਕੋਈ ਸੁਣਵਾਈ ਨਹੀਂ ਹੈਗੀ। ਵੀ ਇੱਥੇ ਕਾਸ ਨੂੰ ਆਉਂਦੇ ਫਿਰ ਸਾਨੂੰ ਜਦ ਅਸੀਂ ਭੁੱਖੇ ਮਰਦੇ ਹਾਂ, ਸਾਡੀ ਸੁਣਵਾਈ ਨਹੀਂ, ਅਸੀਂ ਕੀ ਕਰੀਏ? 10 ਪੀੜ੍ਹੀਆਂ ਹੋ ਗਈਆਂ, ਦਾਦੇ ਪੜਦਾਦੇ ਤੋਂ ਅਸੀਂ ਇਹ ਕੰਮ ਕਰਦੇ ਆਉਂਦੇ ਹਾਂ, ਸਾਨੂੰ ਕੁਛ ਮਿਲਿਆ ਹੀ ਨਹੀਂ ਹੈਗਾ। ਫਿਰ ਸਾਡੇ ਕੋਲ ਆਉਣ ਦਾ ਕੋਈ ਫਾਇਦਾ ਨਹੀਂ ਕਿਸੇ ਦਾ। ਤੁਸੀਂ ਵੀ ਜਿਹੜਾ ਰੋਟੀ ਪਾਣੀ ਦਾ ਫਿਰ ਉਹ ਕਿੱਦਾਂ ਖਾਂਦੇ ਹੋ? ਉਹ ਜੀ ਜੇ ਤਾਂ ਮੈਂ ਦਿਹਾੜੀ ਲੈ ਲੈਂਦੀ ਹਾਂ ਤਾਂ ਮੈਂ ਆਪਣਾ ਦੁਕਾਨ ਤੋਂ ਰਾਸ਼ਨ ਲਿਆਉਂਦੀ ਹਾਂ। ਆਪ ਬੈਠੇ ਨੇ ਸਾਰੇ, ਜਿਹਨੂੰ ਮਰਜ਼ੀ ਪੁੱਛ ਲਓ। ਵੀ ਜੇ ਨਹੀਂ ਹੁੰਦੇ ਕੋਈ ਆਂਢੀ ਗੁਆਂਢੀ ਵੀ ਦੇ ਦਿੰਦਾ, ਨਹੀਂ ਮੈਂ ਆਪਣਾ ਜੇ ਕਿਸੇ ਦਾ ਕੰਮ ਕਰਨੀ ਉੱਥੇ ਰੋਟੀ ਖਾ ਆਉਂਦੀ ਹਾਂ। ਜਿਹੜਾ ਹੁਣ ਤੁਸੀਂ ਰਾਤ ਦੇ ਸਮੇਂ ਸੌਂਦੇ ਹੋ, ਹਾਂਜੀ, ਇਸੇ ਛੱਤ ਥੱਲੇ ਸੌਂਦੇ ਹੋ ਜਾਂ ਕਿਸੇ ਹੋਰ ਪਾਸੇ? ਜੇ ਦੇਖੋ ਜੀ ਜਿੰਨਾ ਚ ਗਰਮੀ ਹੁੰਦੀ ਹੈ, ਮੈਂ ਆਹ ਮੰਜਾ ਮੇਰੇ ਇੱਥੇ ਪਿਆ ਵਾ। ਜੇ ਮੀਂਹ ਬਾਰਿਸ਼ ਹੁੰਦੀ ਹੈ ਤਾਂ ਮੈਂ ਇਹ ਗਵਾਂਢੀਆਂ ਦਾ ਕਿਹਾ ਵੀ ਇੱਥੇ ਪੈ ਜਾ ਕਰ, ਵੀ ਥੱਲੇ ਨਾ ਜੀ ਤੂੰ। ਕੀ ਮੰਗ ਕਰਦੇ ਹੋ ਤੁਸੀਂ? ਮੈਂ ਮੰਗ ਕਰਦੀ ਹਾਂ ਜੀ ਮੇਰਾ ਮਕਾਨ ਵਧੀਆ ਬਣ ਜਾਵੇ, ਮੇਰਾ ਗੁਜ਼ਾਰਾ ਵਧੀਆ ਹੋਵੇ, ਮੇਰੀ ਮਦਦ ਕਰਨ। ਹਾਂਜੀ ਕੀ ਨਾਮ ਹੈ ਜੀ? ਜਸਵੰਤ ਸਿੰਘ ਹੈ ਜੀ। ਜਸਵੰਤ ਸਿੰਘ, ਅਸੀਂ ਕੀ ਕਹੋਗੇ ਜਿਹੜੀ ਮਾਤਾ ਦਾ ਮਕਾਨ ਗਿਰਿਆ ਹੋਇਆ ਹੈ? ਇਹਨੂੰ ਵੀਰ ਜੀ ਅਸੀਂ ਕਾਫੀ ਟਾਈਮ ਹੋ ਗਿਆ ਦੇਖਦਿਆਂ ਨੂੰ। ਮਾਤਾ ਜੀ ਨੂੰ ਇਸੇ ਮਕਾਨ 'ਚ ਰਹਿ ਰਹੀ ਆ, ਤਕਰੀਬਨ 2 ਸਾਲ ਹੋ ਗਏ ਇਹਦੀ ਛੱਤ ਡਿੱਗੀ ਨੂੰ, ਤੇ ਹਜੇ ਤੱਕ ਇਹਦੀ ਕੋਈ ਸੁਣਵਾਈ ਨਹੀਂ ਹੋਈ।
ਦਰਖਾਸਤਾਂ ਵੀ ਲਾਈਆਂ, ਅਸੀਂ ਆਪ ਖੁਦ ਜਾ ਕੇ ਆਏ ਹਾਂ, ਐਸਡੀਐਮ ਦੇ ਦਰਖਾਸਤ ਦੇ ਕੇ ਆਏ ਹਾਂ, ਪਰ ਕੋਈ ਸੁਣਵਾਈ ਨਹੀਂ ਹੋਈ ਹੈਗੀ। ਜਿਵੇਂ ਇੱਕ ਕਮਰਾ, ਜਿਵੇਂ ਸਾਰਾ ਪਿੰਡ ਐਡਾ ਵੱਡਾ ਪਿੰਡ ਹੈ ਹਾਂਜੀ। ਇਹ, ਪਿੰਡ ਵਾਲੇ ਆਪਣੇ ਤੌਰ ਤੇ ਵੀ ਇਹ ਕੰਮ ਕਰ ਸਕਦੇ ਨੇ? ਕਰ ਸਕਦੇ ਨੇ ਵੀਰ ਜ਼ਰੂਰ, ਪਰ ਜੇ ਕੋਈ ਕਰੇ ਨਹੀਂ ਰਿਹਾ ਹੈਗਾ, ਕਰਨ ਨੂੰ ਕੋਈ ਬੜੀ ਗੱਲ ਨਹੀਂ, ਪਿੰਡ ਮੂਹਰੇ ਹੁੰਦੀ ਵੀ ਥੋੜਾ ਕਰਕੇ ਵੀ ਕਰ ਦਿੰਦੇ ਨੇ, ਪਰ ਨਹੀਂ, ਕੋਈ ਨਹੀਂ ਕਰ ਰਿਹਾ। ਜਿਵੇਂ ਪੰਚਾਇਤ ਕੋਲ ਫੰਡ ਆਉਂਦੇ ਨੇ ਇਦਾਂ ਦੇ ਫੰਡ, ਉਹ ਫੰਡ ਨਾਲ ਵੀ ਇਹ ਸਾਰਾ ਮਕਾਨ ਇਹਦੀ ਰਿਪੇਅਰ ਕੀਤੀ ਜਾ ਸਕਦੀ ਹੈ? ਵੀਰ ਜੀ ਮਕਾਨ ਆਏ ਸੀਗੇ ਨਰੇਗਾ ਦੇ ਵਿੱਚੋਂ, ਉਹ ਵੀ ਕਟਵਾਏ ਗਏ ਨੇ, ਪਾਉਣੇ ਤਾਂ ਕਿੱਥੋਂ ਨੇ ਕਿਸੇ ਨੇ, ਉਹ ਵੀ ਕਟਵਾਈ ਜਾਂਦੇ ਨੇ। ਇਹ ਮਾਤਾ ਜੀ ਦਾ ਵੀ ਮਕਾਨ ਕਟਾਇਆ? ਮਕਾਨ ਇਹਦੀ ਦਰਖਾਸਤ ਲਵਾਈ ਸੀਗੀ ਐਸਡੀਐਮ ਦੇ, ਤੇ ਉਹ ਆ ਕੇ ਦੇਖ ਵੀ ਚੁੱਕੇ ਸੀਗੇ, ਜਾਣੀ ਦੀ 2 ਸਾਲ ਹੋ ਗਏ, ਕੋਈ ਗੱਲਬਾਤ ਬਣੀ ਨਹੀਂ ਗੀ। ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਬਾਰਿਸ਼ ਨੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ। ਜਿੱਧਰ ਵੀ ਨਜ਼ਰ ਮਾਰੀਏ ਉੱਥੇ ਬਾਰਿਸ਼ ਦਾ ਪਾਣੀ ਹੀ ਪਾਣੀ ਨਜ਼ਰ ਆਉਂਦਾ ਹੈ। ਕਈ ਥਾਵਾਂ ਤੇ ਇਸ ਬਾਰਿਸ਼ ਨਾਲ ਕੁਝ ਮਕਾਨਾਂ ਦੇ ਡਿੱਗਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਇਸੇ ਤਰ੍ਹਾਂ ਹੀ ਫਾਜ਼ਿਲਕਾ ਦੇ ਸਰਹੱਦੀ ਪਿੰਡ ਝੰਗੜ ਭੈਣੀ ਵਿੱਚ ਮਿਹਨਤ ਮਜ਼ਦੂਰੀ ਕਰਦੇ ਇੱਕ ਗਰੀਬ ਪਰਿਵਾਰ ਦਾ ਮਕਾਨ ਢਹਿ ਗਿਆ, ਢੇਰੀ ਹੋ ਗਿਆ, ਜਿਸ ਨਾਲ ਮਕਾਨ ਅੰਦਰ ਪਏ ਕੀਮਤੀ ਸਮਾਨ ਦਾ ਕਾਫੀ ਨੁਕਸਾਨ ਹੋ ਗਿਆ। ਇਸ ਮਕਾਨ ਵਿੱਚ ਰਹਿ ਰਹੀ ਔਰਤ ਦੇ ਪਤੀ ਦੇ ਕੁਝ ਸਮਾਂ ਪਹਿਲਾਂ ਹੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਹ ਆਪਣੇ ਲੜਕੀਆਂ ਦੇ ਨਾਲ ਆਪਣੇ ਖਸਤਾ ਹਾਲ ਮਕਾਨ ਵਿੱਚ ਰਹਿ ਰਹੀ ਸੀ, ਜਿਹੜਾ ਕਿ ਬਾਰਿਸ਼ ਕਾਰਨ ਉਹ ਵੀ ਢਹਿ ਹੋ ਗਿਆ। ਸਰ ਸ਼ੁਰੂ ਤੋਂ ਮਕਾਨ ਕੱਚੇ ਹੈਗੇ ਸੀ ਤੇ ਅੱਜ ਬਾਰਿਸ਼ ਜਿਹੜੀ ਪਈ ਕੱਲ ਦੀ ਪੈਣ ਲੱਗੀ ਨਾ, ਇਹਦੇ ਕਾਰਨ ਸਾਡਾ ਉਹ ਮਕਾਨ ਇੱਕ ਡਿੱਗ ਪਿਆ ਤੇ ਦੂਜੇ ਜੇ ਨਾਲ ਲਗਾ ਉਹ ਵੀ ਡਿੱਗਣ ਦੀ ਤਿਆਰੀ ਸੀਗੇ ਨੇ, ਪੂਰੇ ਸਾਰੇ ਖਰੇ ਪਏ ਨੇ। ਸਾਡੇ ਟੋਟਲ 3 ਮਕਾਨ ਹੈਗੇ ਨੇ, 3 ਹੀ ਕੱਚੇ ਹੈਗੇ ਨੇ, ਇੱਕ ਮੇਰੀ ਮੰਮੀ ਦਾ ਹੈ, ਇੱਕ ਮੇਰਾ ਹੈ, ਇੱਕ ਮੇਰੇ ਛੋਟੇ ਬ੍ਰਦਰ ਦਾ ਹੈ। ਤੁਸੀਂ ਆ ਵੇਖ ਸਕਦੇ ਆਸੇ ਪਾਸੇ ਇਹਨਾਂ ਦੀ ਕੀ ਹਾਲਤ ਹੋਈ ਪਈ ਹੈ। 2011 ਸਾਲ ਦੀ ਜਿਹੜੀ ਲਿਸਟ ਵਿੱਚ ਸਾਡਾ ਨਾਮ ਹੈਗਾ ਸੀ, ਮੇਰੇ ਇਕੱਲੇ ਦਾ ਨਾਮ ਹੈਗਾ ਸੀ ਕੁਲਵਿੰਦਰ ਸਿੰਘ ਸਾਨੂੰ ਸ਼੍ਰੀ ਦਿਆਲ ਸਿੰਘ ਦਾ ਨਾਮ, ਤੇ ਉਹ ਸਾਨੂੰ ਹਾਲੇ ਤੱਕ ਨਹੀਂ ਮਿਲਿਆ। ਕਹਿੰਦੇ ਬਸ ਆ ਲਿਸਟ ਨਾ ਹੈਗਾ, ਬਸ ਅੱਜ ਆ ਜਾਣਗੇ, ਕੱਲ ਆ ਜਾਣਗੇ, ਬਸ ਇਸੇ ਤਰ੍ਹਾਂ ਹੀ। ਜਦੋਂ ਵੀ ਅਸੀਂ ਜਾਂਦੇ ਆ ਸਰਪੰਚ ਕੋਲ ਜਾਂ ਕਿਸੇ ਮੈਂਬਰ ਕੋਲ ਜਾਂਦੇ ਆ ਨਾ, ਉਹ ਕਹਿੰਦੇ ਨੇ ਬਸ ਸਰਕਾਰ ਮਕਾਨ ਪਾਉਣ ਵਾਲੀ, ਅਸੀਂ ਦਵਾ ਦੇਣਾ ਤੁਹਾਨੂੰ। ਅਫਸਰ ਕੋਲ ਡੀਸੀ ਸਾਹਿਬ ਕੋਲ 2 ਵਾਰੀ ਗਿਆ ਸੀ, ਪਰ ਸਾਡੀ ਉਹਨਾਂ ਨਾਲ ਮੁਲਾਕਾਤ ਨਹੀਂ ਹੋ ਸਕੀ ਸੀ। ਇਸ ਤੋਂ ਬਗੈਰ ਮੈਂ ਸੈਕਟਰੀ ਹੈਗਾ ਸੀ ਸੰਤੋਖ ਸਿੰਘ, ਉਹਦੇ ਕੋਲ ਮੈਂ ਗਿਆ ਸੀ ਤੇ ਉਹਨੇ ਮੈਨੂੰ ਫਰਸਟ ਸਮਝਾਇਆ ਸੀ, ਹਾਂ ਤੁਹਾਡਾ ਮਕਾਨ ਪਾ ਦਾਂਗੇ, ਅਸੀਂ ਜਾਵਾਂਗੇ ਸਰਵਾ ਕਰਾਂਗੇ। ਉਹਨਾਂ ਨੇ ਬਾਅਦ ਚ ਬੰਦੇ ਨਹੀਂ ਭੇਜੇ, ਕੁਛ ਨਹੀਂ ਭੇਜਿਆ, ਕੋਈ ਸਰਵਾ ਨਹੀਂ ਹੋਇਆ, ਕੋਈ ਕੁਛ ਨਹੀਂ ਹੋਇਆ। ਇਹ ਜੀ ਪਤਾ ਨਹੀਂ ਸਾਨੂੰ ਵੀ ਕਿਹਨਾਂ ਨੇ ਕਟਾਇਆ ਜਾਂ ਕਿਵੇਂ ਕੱਟਿਆ ਗਿਆ। ਸਾਡੇ ਪਿੰਡ ਵਿੱਚ 6 ਮਕਾਨ ਇਸ ਟਾਈਮ ਆ ਚੁੱਕੇ ਨੇ, ਜਿੰਦੇ ਵਿੱਚ ਸਾਡਾ ਨਾਮ ਨਹੀਂ ਹੈਗਾ ਤੇ ਸਾਡੇ ਮੌਜੂਦਾ ਕੱਚੇ ਖੜੇ ਨੇ। ਵਾਈਫ ਤੇ ਮੇਰੀ ਮੰਮੀ ਅੰਦਰ ਹੈਗੇ ਸੀ, ਅਸੀਂ ਸਮਾਨ ਕੱਢਣ ਲੱਗੇ ਸੀ ਵੀ ਚੱਲ ਮੰਜੇ ਬਾਹਰ ਕੱਢ ਲਈਏ, ਉਹਨੇ ਚੱਕਰ ਨੂੰ ਉੱਥੋਂ ਡਿੱਗ ਪਿਆ ਤੇ ਭੱਜ ਤੇ ਬਾਹਰ ਆ ਗਈਆਂ ਨੇ। ਫਾਜ਼ਿਲਕਾ ਦੇ ਸਰਹੱਦੀ ਪਿੰਡ ਮਹਾਤਮ ਨਗਰ ਵਿੱਚ ਪਿਛਲੇ ਦਿਨਾਂ ਵਿੱਚ ਹੋਈ ਬਾਰਿਸ਼ ਕਾਰਨ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਨੀਵੀਆਂ ਥਾਵਾਂ ਤੇ ਕਈ ਫੁੱਟ ਪਾਣੀ ਚੜ੍ਹ ਗਿਆ, ਜਿਸ ਨਾਲ ਕਈ ਏਕੜ ਝੋਨੇ ਦੀ ਫਸਲ ਬਰਬਾਦ ਹੋ ਚੁੱਕੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮਿਲਖਾ ਸਿੰਘ, ਕੁਲਵੰਤ ਸਿੰਘ, ਮਨਜੀਤ ਸਿੰਘ, ਸਰਾਜ ਸਿੰਘ, ਸਰਬਨ ਸਿੰਘ, ਰਾਜ ਸਿੰਘ, ਕਾਲਾ ਸਿੰਘ ਅਤੇ ਹੋਰਾਂ ਨੇ ਦੱਸਿਆ ਕਿ ਬੀਤੀ ਦਿਨੀ ਹੋਈ ਬਾਰਿਸ਼ ਕਾਰਨ ਉਹਨਾਂ ਦੀ ਕਰੀਬ 10 ਏਕੜ ਝੋਨੇ ਦੀ ਫਸਲ ਪਾਣੀ ਵਿੱਚ ਡੁੱਬ ਗਈ। ਇਸ ਤੋਂ ਇਲਾਵਾ ਪਿੰਡ ਮਹਾਤਮ ਨਗਰ ਮੁਰੱਬਾ ਨੰਬਰ 52, 53, 54, ਤੇਜਾ ਰੋਹੇਲਾ ਮੁਰੱਬਾ ਨੰਬਰ 12, 13 ਵਿੱਚ ਕਰੀਬ 55 ਏਕੜ ਝੋਨੇ ਦੀ ਫਸਲ ਬਰਬਾਦ ਹੋ ਗਈ। ਇਸ ਤੋਂ ਇਲਾਵਾ ਆਸ-ਪਾਸ ਦੇ ਕੁਝ ਪਿੰਡਾਂ ਦੀਆਂ ਫਸਲਾਂ ਵੀ ਕਾਫੀ ਬਰਬਾਦ ਹੋ ਗਈਆਂ। ਜੋ ਕੁਦਰਤੀ ਆਫਤ ਆਈ ਹੈ ਜੀ, 2-3 ਦਿਨ ਤੋਂ ਲਗਾਤਾਰ ਬਾਰਿਸ਼ ਜੋ ਬਹੁਤ ਭਾਰੀ ਮਾਤਰਾ 'ਚ ਹੋ ਰਹੀ ਸੀ, ਜਿਹਦੇ ਕਰਕੇ ਕਿ ਕੁਝ ਕੁ ਝੋਨਾ ਤੇਜਾ ਰੋਹੇਲਾ, ਚੱਕ ਰੋਹੇਲਾ ਔਰ ਮਾਤਮ ਨਗਰ ਦਾ ਜਿਵੇਂ ਕੁੱਲ ਰਕਬਾ 60 ਤੋਂ 65 ਏਕੜ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ, ਜੋ ਕਿ ਜਿੰਨਾ ਨੁਕਸਾਨ ਹੋਇਆ ਹੈ ਉਹ ਕਦੀ ਨਾ ਪੂਰਾ ਹੋਣ ਵਾਲਾ ਹੋਇਆ ਹੈ। ਕਿਸਾਨ ਨੂੰ ਉਮੀਦ ਸੀ, ਮਜ਼ਦੂਰਾਂ ਨੂੰ ਉਮੀਦ ਸੀ ਕਿ ਅਸੀਂ ਆਪਣੀ ਫਸਲ ਨੂੰ ਪੂਰੀ ਤਨਦੇਹੀ ਨਾਲ ਤਿਆਰ ਕੀਤਾ ਹੈ ਤੇ ਕੁਦਰਤੀ ਆਫਤ ਆਉਣ ਨਾਲ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਕਿ ਝੋਨੇ ਦਾ ਹੋਇਆ ਹੈ। ਤਾਂ ਅਸੀਂ ਇਹ ਸਰਕਾਰ ਤੋਂ ਔਰ ਸਥਾਨਕ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਬਹੁਤ ਜਲਦੀ ਛੇਤੀ ਤੋਂ ਛੇਤੀ ਇਹਨਾਂ ਖਰਾਬ ਹੋਈਆਂ ਫਸਲਾਂ ਦਾ ਜਿਹੜਾ ਗਰਦੌਰੀ ਕਰਵਾਈ ਜਾਵੇ ਤੇ ਜੋ ਬਣਦਾ ਹੱਕ ਹੈ ਉਹ ਕਿਸਾਨਾਂ ਨੂੰ ਦਵਾਇਆ ਜਾਵੇ। ਮੇਰਾ ਪਿੰਡ ਦੋਨਾ ਨਾਨਕਾ ਮਾਤਮ ਨਗਰ ਹੈ। ਆ ਤਕਰੀਬਨ ਦੇਖਿਆ ਜਾਵੇ 60 ਕਿੱਲਾ ਕਿ ਤਕਰੀਬਨ 50 ਬਣ ਜਾਵੇ, ਇੰਨਾ ਕੁ ਨੁਕਸਾਨ ਪੂਰਾ ਹੋ ਗਿਆ ਹੈ। ਬਾਕੀ 60 ਹੀ ਹੋ ਸਕਦਾ ਹੈ, 65 ਹੀ ਹੋ ਸਕਦਾ ਹੈ, 50 ਵੀ ਹੋ ਸਕਦਾ ਹੈ। ਆ ਦੇਖ ਲਓ, ਕਿਤੇ ਕਣਕ ਨੂੰ ਬੀਜਣੀ, ਕਿਤੇ ਕੁਝ ਬੀਜੀ ਜਾਏਗੀ। ਨੁਕਸਾਨ 60-65 ਹਜ਼ਾਰ ਦਾ ਕਿੱਲਾ ਹੋ ਜਾਂਦਾ ਜੀ। ਮੁਆਵਜ਼ਾ ਜੀ ਵੇਖਿਆ ਜਾਵੇ ਤਾਂ 25-30 ਹਜ਼ਾਰ ਖਰਚਾ ਆ ਜਾਂਦਾ ਹੈ। ਤੇਲ ਤੁਲ ਸਾਰਾ ਗਿਣੀਏ ਨਾ, ਡੀਜ਼ਲ ਜਿਤਨਾ ਮਹਿੰਗਾ 100 ਰੁਪਏ ਡੀਜ਼ਲ ਮੰਗ ਬਾਲੀ ਦਾ, ਲਵਾਈ 3000 ਰੁਪਇਆ 3500 ਭਰੀ ਦਾ, ਖਾਦਾਂ ਸਪਰੇਆਂ ਵੀ 25000 30 ਹਜ਼ਾਰ ਖਰਚਾ ਆ ਜਾਂਦਾ ਜੀ। ਤੁਹਾਡੀ ਕੀ ਮੰਗ ਹੈ ਮੁਆਵਜ਼ੇ ਦੀ? ਸਾਡੀ ਮੰਗ ਤੇ ਵੀ ਖਰਚਾ ਮਿਲ ਜਾਏ, ਵੀ 25000 30 ਜੇ ਦੇ ਸਰਕਾਰ ਜੋ ਵੀ ਹੈ। ਤਲਾਹ ਤਾਂ ਸਭ ਨੂੰ ਮਿਲ ਚੁੱਕੀ ਹੈ, ਪਰ ਅਭੀ ਤੱਕ ਆਏ ਤਾਂ ਹੀ। 60 ਸਾਲਾਂ ਦਾ ਅਨੂਪ ਸਟੰਟਮੈਨ ਅਤੇ ਸੋਸ਼ਲ ਮੀਡੀਆ ਦਾ ਸਟਾਰ ਪਹੁੰਚਿਆ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਤੇ ਬਟਾਲਾ
ਅਤੇ ਆਉਂਦੀਆਂ ਜਾਂਦੀਆਂ ਸੰਗਤਾਂ ਨੂੰ ਕੀਤਾ ਆਪਣੇ ਕਰਤੱਵ ਨਾਲ ਨਿਹਾਲ। ਹੱਥ ਛੱਡ ਕੇ ਮੋਟਰਸਾਈਕਲ ਨੂੰ ਭਜਾਇਆ ਤੇ ਦੱਸਿਆ ਕਿ 20 ਸਾਲ ਦਾ ਤਜਰਬਾ ਉਹ ਲੋਕਾਂ ਨੂੰ ਇਸੇ ਤਰ੍ਹਾਂ ਮਨੋਰੰਜਨ ਕਰਦਾ ਆ ਰਿਹਾ ਹੈ। ਤੁਸੀਂ ਵੀ ਵੇਖੋ ਇਸ ਬਜ਼ੁਰਗ ਦੇ ਕਰਤੱਵ। ਇਹ ਮੈਂ ਘੁੰਮਣਾ ਤੋਂ ਜਾ ਸਕਿਆ ਜੀ। ਮੈਂ ਘੁੰਮਣੀ ਜਾਣਾ ਨਾ, ਘੁੰਮਣਾ ਤੋਂ ਜਾਂਦਿਆਂ ਰਾਹ ਦੇ ਵਿੱਚ ਮੈਂ ਸਟੈਪ ਮਾਰਦਾ ਰਿਹਾ ਤੇ ਮੁੜ ਕੇ ਮੈਨੂੰ ਉੱਥੋਂ ਲੱਗਣ ਲੱਗ ਗਈ ਆ। ਰਾਹ ਦੇ ਵਿੱਚ ਬੱਚੇ ਖੜੇ ਸੀ ਤੇ ਨਿੱਕੇ ਨਿੱਕੇ ਬੱਚਿਆਂ ਨੂੰ ਮੈਂ ਪੁੱਛਿਆ ਵੀ ਤੁਹਾਨੂੰ ਕੀ ਮਿਲਿਆ? ਤੇ ਸਾਨੂੰ ਖੁਸ਼ੀ ਮਿਲੀ ਆ। ਉਹ ਖੁਸ਼ੀ ਦੇ ਵਿੱਚ ਹੀ ਫਿਰ ਮੇਰੀ ਖੁਸ਼ੀ ਬਣ ਗਈ। ਮੈਂ ਫਿਰ ਭੰਗੜਾ ਪਾਉਣਾ ਸ਼ੁਰੂ ਕਰਤਾ। ਮੁੜ ਕੇ ਘੁੰਮਣੇ ਚੱਲ ਗਏ ਬਾਬਾ ਪਾਲਾ ਹੋਣ ਨੂੰ ਜਾ ਕੇ ਦੱਸਿਆ ਵੀ ਬਾਬਾ ਜੀ ਆਹ ਗੱਲ ਆ। ਉਹਨਾਂ ਆਖਿਆ ਕੋਈ ਗੱਲ ਨਹੀਂ, ਜੇ ਬੱਚੇ ਖੁਸ਼ ਕਰਤੇ ਤੇ ਰੱਬ ਖੁਸ਼ ਕਰਤਾ। ਤੇਰੇ ਤੇ ਬਾਬੇ ਦੀ ਮਿਹਰ ਆ, ਮਾਰਾ ਭਲਾ ਕਰੂ, ਬੱਚੇ ਖੁਸ਼ ਕਰੋ ਤੇ ਖੁਸ਼ ਰਹੋ ਤੇ ਖੁਸ਼ੀ ਸਾਰੀ ਦੁਨੀਆ। ਨਹੀਂ ਡਰ ਨਹੀਂ ਲੱਗਦਾ, ਡਰ ਦੂਰ ਤੇ ਚਲੋ ਮਹਾਰਾਜ ਦੇ ਹੱਥ ਵਾਚ ਆ। ਜਿਹੜੀ ਮੌਤ ਮਾਤ ਵਗੈਰਾ ਇਹਦੀ ਨਹੀਂ ਕੋਈ ਪਰਵਾਹ। ਮਤਲਬ ਜਦੋਂ ਬੰਦਾ ਜੰਮਦਾ ਮਰਦੇ ਉਦੋਂ ਹੀ ਗਿਆ ਵਾ। ਇਹਦੀ ਨਹੀਂ ਪਰਵਾਹ ਕਦੀ, ਮਤਲਬ ਦਿਲ ਤੇ ਨਹੀਂ ਰੱਖਿਆ ਵੀ ਮੌਤ ਆ ਜਾਣੀ ਜਾਂ ਆਉਣੀ ਆ, ਕਦੋਂ ਆਉਣੀ ਨਹੀਂ ਆਉਣਾ। ਮੌਤ ਵਾਲਾ ਕੰਮ ਜਿਹੜਾ ਖੁੱਲ੍ਹਾ ਵਾ ਤੇ ਹੋਰ ਜਿਹੜੇ ਉਹ ਭਾਵੇਂ ਕੋਈ ਭੀੜੇ ਹੀ ਹੋਣ ਤੇ ਮੌਤ ਵਾਲਾ ਕੰਮ ਖੁੱਲ੍ਹਾ ਥੋੜ੍ਹਾ ਜਿਹਾ ਆਪਣਾ। ਪਿਛਲੇ 8 ਦਿਨਾਂ ਤੋਂ ਸਰਕਾਰ ਖਿਲਾਫ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਤੇ ਚੱਲ ਰਹੇ ਪਨਬੱਸ ਅਤੇ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਮੁੱਖ ਮੰਤਰੀ ਦੇ ਨਾਲ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਰੂਪਨਗਰ ਦੇ ਵਿੱਚ ਸ਼ਕਤੀ ਪ੍ਰਦਰਸ਼ਨ ਕਰਦੇ ਹੋਏ ਰੋਸ ਰੈਲੀ ਕੱਢੀ ਗਈ। ਕੱਚੇ ਮੁਲਾਜ਼ਮਾਂ ਵੱਲੋਂ ਪੰਜਾਬ ਰੋਡਵੇਜ਼ ਨਵਾਂ ਬੱਸ ਅੱਡਾ ਦੇ ਡਿਪੂ ਤੋਂ ਇਹ ਰੋਸ ਰੈਲੀ ਸ਼ੁਰੂ ਕਰਦੇ ਹੋਏ ਸ਼ਹਿਰ ਦੇ ਬਾਜ਼ਾਰਾਂ ਵਿੱਚ ਦੀ ਹੁੰਦੀ ਹੋਈ ਵਾਪਸ ਬੱਸ ਅੱਡੇ ਸਮਾਪਤ ਹੋਈ। ਸਾਡਾ ਸੰਘਰਸ਼ ਪੂਰੇ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ ਜੀ। ਹੜਤਾਲ ਦਾ ਅੱਜ ਸਾਡਾ 8ਵਾਂ ਦਿਨ ਆ ਤੇ ਸੈਂਟਰ ਵਾਡੀ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਅੱਜ ਅਸੀਂ ਇਹ ਰੋਸ ਮਾਰਚ ਰੋਪੜ ਸ਼ਹਿਰ ਵਿੱਚ ਕੱਢ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਸਾਰੇ ਵਰਕਰ ਪੂਰੇ ਉਤਸ਼ਾਹ ਵਿੱਚ ਆਪਣੇ ਹੱਕਾਂ ਨੂੰ ਲੈਣ ਲਈ ਸਰਕਾਰ ਵਿਰੁੱਧ ਸੰਘਰਸ਼ ਵਿੱਚ ਡਟੇ ਹੋਏ ਨੇ। ਸੋ ਜਿੱਤ ਜੋ ਯਕੀਨਨ ਅਸੀਂ ਪ੍ਰਾਪਤ ਕਰਕੇ ਹੀ ਆਪਣੀ ਹੜਤਾਲ ਜੋ ਵਾਪਸ ਲਵਾਂਗੇ। ਸਾਡੀ ਮੇਨ ਮੰਗ ਸਾਰੇ ਵਰਕਰ ਪੱਕੇ ਹੋਣੇ ਚਾਹੀਦੇ, ਜਿੰਨੇ ਵੀ ਪਨਬੱਸ ਕੰਟਰੈਕਟ ਤੇ ਆਊਟਸੋਰਸਿੰਗ ਤੇ ਆ ਸਾਰੇ ਵਰਕਰ ਪੱਕੇ ਹੋਣੇ ਚਾਹੀਦੇ ਆ ਜੀ। ਤੇ ਤਨਖਾਹ 'ਚ ਵਾਧਾ ਹੋਣਾ ਚਾਹੀਦਾ, ਬਰਾਬਰ ਕੰਮ ਬਰਾਬਰ ਤਨਖਾਹ ਦਾ ਜੀ। ਮੋਗਾ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਪਨਬੱਸ ਅਤੇ ਪੀਆਰਟੀਸੀ ਦੇ ਠੇਕਿਆਂ ਮੁਲਾਜ਼ਮਾਂ ਦੇ ਵਿੱਚੋਂ 6 ਤਾਰੀਖ ਦੇ ਅਨਿਸ਼ਚਿਤ ਕਾਲ ਦੀ ਹੜਤਾਲ ਕੀਤੀ ਗਈ ਹੈ ਤੇ ਉਸ ਦੇ ਤਹਿਤ ਅੱਜ ਪੰਜਾਬ ਦੇ 27 ਡਿਪੂਆਂ ਵਿੱਚ ਕਰਮਚਾਰੀਆਂ ਦੇ ਵੱਲੋਂ ਢੋਲ ਮਾਰਚ ਕੱਢਿਆ ਜਾਣਾ ਸੀ, ਪਰ ਇਸ ਢੋਲ ਮਾਰਚ ਕਰਮਚਾਰੀਆਂ ਦੇ ਵੱਲੋਂ ਰੱਦ ਕਰਕੇ ਕਿਸਾਨ ਜਥੇਬੰਦੀਆਂ ਦੀ ਕਾਲ ਉੱਤੇ ਬਿਲਕੁਲ ਸ਼ਾਂਤਮਈ ਢੰਗ ਨਾਲ ਕੱਢਿਆ ਗਿਆ। ਇਸ ਕਿਸੇ ਵੀ ਤਰ੍ਹਾਂ ਦਾ ਢੋਲ ਇਸ ਮਾਰਚ ਵਿੱਚ ਨਹੀਂ ਸ਼ਾਮਲ ਕੀਤਾ ਜਾਣ ਗਿਆ। ਜਾਣਕਾਰੀ ਦਿੰਦੇ ਹੋਏ ਕਰਮਚਾਰੀ ਨੇ ਦੱਸਿਆ ਕਿ ਮੀਟਿੰਗ ਤੋਂ ਪਹਿਲਾਂ ਸਰਕਾਰ ਸਾਨੂੰ ਨੋਟਿਸ ਭੇਜ ਰਹੀ ਹੈ ਕਿ ਜੇਕਰ ਮੁਲਾਜ਼ਮਾਂ ਵੱਲੋਂ ਹੜਤਾਲ ਵਾਪਸ ਨਾ ਲਏਗੀ ਤਾਂ ਉਹਨਾਂ ਉੱਤੇ ਮਹਿਕਮਾਨਾ ਕਾਰਵਾਈ ਕੀਤੀ ਜਾਵੇਗੀ। ਪੰਜਾਬ ਰੋਡਵੇਜ਼ ਤੇ ਕੰਮ ਕਰਦੇ ਪਨਬੱਸ ਕਾਮੇ 6 ਤਰੀਕ ਤੋਂ ਇਨਡੈਫੀਨਿਟ ਹੜਤਾਲ ਤੇ ਆ। ਅਸੀਂ ਪੰਜਾਬ ਰੋਡਵੇਜ਼ ਪੈਨਸ਼ਨਰਸ ਪੰਜਾਬ ਵੱਲੋਂ ਇਹਨਾਂ ਦੀ ਪੂਰਨ ਹਮਾਇਤ ਕਰ ਰਹੇ ਹਾਂ, ਕਿਉਂਕਿ ਇਹਨਾਂ ਦੀਆਂ ਮੰਗਾਂ ਆਪਣੀ ਨੇ ਨੌਕਰੀ ਨੂੰ ਲੈ ਕੇ ਆ। ਬਰਾਬਰ ਕੰਮ ਬਰਾਬਰ ਤਨਖਾਹ ਦਾ ਮੁੱਦਾ ਚੁੱਕਿਆ ਇਹਨਾਂ ਨੇ। ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਤੇ ਇਹਨਾਂ ਨੂੰ ਮੀਟਿੰਗਾਂ ਦਿੱਤੀਆਂ ਗਈਆਂ, ਪਰੰਤੂ ਕੋਈ ਅੰਤਮ ਫੈਸਲਾ ਨਹੀਂ ਕੀਤਾ। ਇਸ ਕਰਕੇ ਅਸੀਂ ਪੰਜਾਬ ਰੋਡਵੇਜ਼ ਪੈਨਸ਼ਨਰ ਇਹਨਾਂ ਦੀ ਹਮਾਇਤ ਕਰਦੇ ਹਾਂ ਤੇ ਸਰਕਾਰ ਨੂੰ ਪੁਰਜ਼ੋਰ ਬੇਨਤੀ ਕਰਦੇ ਹਾਂ ਕਿ ਜੇਕਰ 2016 ਦੇ ਐਕਟ ਵਿੱਚ ਸੋਧ ਕਰਨ ਦੀ ਜ਼ਰੂਰਤ ਆ ਤਾਂ ਸੋਧ ਕਰਕੇ ਇਹਨਾਂ ਨੂੰ ਸੇਵਾਵਾਂ ਰੈਗੂਲਰ ਕੀਤੀਆਂ ਜਾਣ ਤੇ ਇਹਨਾਂ ਨੂੰ ਪੰਜਾਬ ਰੋਡਵੇਜ਼ ਦੇ ਵਿੱਚ ਅਮਰਜ ਕਰਕੇ ਇਹਨਾਂ ਦੀਆਂ ਸੇਵਾਵਾਂ ਅਤੇ ਤਨਖਾਹਾਂ ਉਹਨਾਂ ਦੇ ਬਰਾਬਰ ਕੀਤੀਆਂ ਜਾਣ, ਤਾਂ ਜੋ ਇਹਨਾਂ ਕਰਮਚਾਰੀਆਂ ਦਾ ਭਵਿੱਖ ਬਣ ਸਕੇ। ਕਿਉਂਕਿ ਇਹਨਾਂ ਨੂੰ ਪਿਛਲੇ 15 ਸਾਲ ਤੋਂ ਕੰਟਰੈਕਟ ਬੇਸਿਸ ਤੇ ਆਊਟਸੋਰਸ ਤੇ ਕੰਮ ਕਰ ਰਹੇ ਆ, ਜਿਨ੍ਹਾਂ ਦਾ ਭਵਿੱਖ ਖਤਰੇ ਵਿੱਚ ਆ। ਇਸ ਕਰਕੇ ਕਾਂਗਰਸ ਸਰਕਾਰ ਨੂੰ ਪੁਰਜ਼ੋਰ ਬੇਨਤੀ ਆ ਕਿ ਇਹਨਾਂ ਦੀਆਂ ਜਾਇਜ਼ ਮੰਗਾਂ ਮੰਨੀਆਂ ਜਾਣ। ਖਬਰ ਲੁਧਿਆਣਾ ਤੋਂ ਆ ਰਹੀ ਹੈ, ਜਿੱਥੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੂਬੇ ਅੰਦਰ ਸਿਆਸੀ ਪਾਰਟੀਆਂ ਉੱਪਰ ਪ੍ਰਚਾਰ ਕਰਨ ਤੇ ਰੋਕ ਲਗਾਏ ਜਾਣ ਦਾ ਸੀਨੀਅਰ ਅਕਾਲੀ ਆਗੂ ਮਹੇਸ਼ਿੰਦਰ ਸਿੰਘ ਗਰੇਵਾਲ ਨੇ ਵਿਰੋਧ ਕੀਤਾ ਹੈ। ਉਹਨਾਂ ਕਿਹਾ ਕਿ ਸਿਆਸੀ ਪਾਰਟੀਆਂ ਕਿਸਾਨਾਂ ਦੀ ਗੱਲ ਕਰ ਰਹੀਆਂ ਤੇ ਕਿਸਾਨ ਜਥੇਬੰਦੀਆਂ ਨੂੰ ਦੇਸ਼ ਵਿੱਚ ਇੱਕੋ ਹੀ ਰਣਨੀਤੀ ਅਪਣਾਉਣੀ ਚਾਹੀਦੀ ਹੈ। ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਸੀ ਕਿ ਚੋਣਾਂ ਦੇ ਐਲਾਨ ਤੋਂ ਪਹਿਲਾਂ ਸਿਆਸੀ ਪਾਰਟੀਆਂ ਨੂੰ ਪ੍ਰਚਾਰ ਨਹੀਂ ਕੀਤਾ ਜਾਵੇਗਾ। ਦੇਖੋ, ਮੈਂ ਇੱਕ ਗੱਲ ਬਹੁਤ ਬਿਨਾਂ ਝਿਜਕ ਦੇ ਕਹਿ ਸਕਦਾ ਹਾਂ ਕਿ ਇਹ ਪ੍ਰਭਾਵ ਜਾ ਰਿਹਾ ਹੈ। ਅਸਲੀਅਤ ਤਾਂ ਕਿਸਾਨ ਮੋਰਚੇ ਵਾਲੇ ਜਾਣਦੇ ਨੇ ਕਿ ਇਹ ਸਾਰੀ ਕਵਾਇਦ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੂੰ ਰੋਕਣ ਲਈ ਕੀਤੀ ਗਈ ਹੈ ਤੇ ਇਹ ਕੋਈ ਡੂੰਘੀ ਸਾਜ਼ਿਸ਼ ਦਾ ਨਤੀਜਾ ਹੈ। ਨਾਲੇ ਮੈਂ ਇੱਕ ਗੱਲ ਬੜੀ ਸਪਸ਼ਟ ਸਮਝਦਾ, ਜੇ ਅਧਿਆਪਕਾਂ ਨੂੰ ਆਪਣੇ ਹੱਕਾਂ ਲਈ ਸੰਘਰਸ਼ ਕਰਨ ਦਾ ਹੱਕ ਹੈ, ਡਾਕਟਰਾਂ ਨੂੰ ਆਪਣੇ ਸੰਘਰਸ਼ ਕਰਨ ਦਾ ਹੱਕ ਹੈ, ਪੰਜਾਬ ਰੋਡਵੇਜ਼ ਦੇ ਕਾਮਿਆਂ ਨੂੰ ਆਪਣੇ ਗੱਲ ਲਈ ਸੰਘਰਸ਼ ਕਰਨ ਦਾ ਹੱਕ ਹੈ, ਕਿਸਾਨੀ ਨੂੰ ਆਪਣੇ ਹਿੱਤਾਂ ਲਈ ਸੰਘਰਸ਼ ਕਰਨ ਦਾ ਹੱਕ ਹੈ, ਤੇ
ਪੋਲੀਟੀਕਲ ਪਾਰਟੀ ਨੂੰ ਆਪਣੀ ਗੱਲ ਕਹਿਣ ਦਾ ਹੱਕ ਕਿਉਂ ਨਹੀਂ? ਇਹਦਾ ਜਵਾਬ ਤਾਂ ਕਿਸਾਨ ਸੰਘਰਸ਼ ਮੋਰਚੇ ਨੂੰ ਮੈਂ ਸਮਝਦਾ ਪੰਜਾਬ ਨੂੰ ਦੇਣਾ ਹੀ ਪਊਗਾ ਨਾ, ਲੋਕਾਂ ਨੂੰ ਦੱਸਣਾ ਹੀ ਪਊ ਨਾ। ਦੇਖੋ ਕਿਤੇ ਅੱਜ ਖੁੰਡ ਚਰਚਾ 'ਚ ਇਹ ਵੀ ਗੱਲ ਚੱਲਣ ਲੱਗ ਪਈ ਕਿ ਇਹ ਤਾਂ 1975 ਵਾਲਾ ਮਾਹੌਲ ਬਣਦਾ ਪਿਆ, ਰਾਈਟ ਟੂ ਸਪੀਚ ਤੇ ਰਾਈਟ ਟੂ ਐਕਸਪ੍ਰੈਸ਼ਨ 'ਤੇ ਹੀ ਕਿ ਇਹ ਕਿਸੇ ਤਰ੍ਹਾਂ ਦੀਆਂ ਪਾਬੰਦੀਆਂ ਲੱਗ ਰਹੀਆਂ ਨੇ। ਮੈਂ ਇਸ ਗੱਲ 'ਤੇ ਜ਼ਰੂਰ ਕਹਿਣਾ ਕਿ ਸਰਦਾਰ ਜੋਗਿੰਦਰ ਸਿੰਘ ਰਗਰਾਹਾਂ ਇੱਕ ਬਹੁਤ ਸੁਲਝਿਆ ਹੋਇਆ ਵਿਅਕਤੀ ਹੈ, ਅਤੇ ਜਿਹੜਾ ਉਹਨਾਂ ਦਾ ਕੱਲ੍ਹ ਬਿਆਨ ਆਇਆ ਨਾ, ਉਹਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਤਾ। ਉਹ ਕਹਿੰਦੇ ਜੇ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਸਾਰੇ ਵਿਰੋਧੀਆਂ 'ਤੇ ਵੀ ਪਾਬੰਦੀ ਲਾਓਗੇ, ਤੁਸੀਂ ਭਾਰਤੀ ਜਨਤਾ ਪਾਰਟੀ ਨੂੰ ਤਕੜਾ ਕਰੋਗੇ ਅਤੇ ਆਪਣੇ ਸਾਥੀਆਂ ਨੂੰ ਕਮਜ਼ੋਰ ਕਰੋਗੇ। ਇਹਦਾ ਸਿੱਧਾ ਤੇ ਸਿੱਧਾ ਫੈਸਲਾ ਭਾਰਤੀ ਜਨਤਾ ਪਾਰਟੀ ਨੂੰ ਮਿਲੂ, ਜਿਹੜਾ ਚੱਲ ਰਹੇ ਮੋਰਚੇ ਦੇ ਲਈ ਹਾਨੀਕਾਰਕ ਹੋਊਗਾ। ਹੁਣ ਫੈਸਲਾ ਤਾਂ ਉਹਨਾਂ ਨੇ ਕਰਨਾ, ਪਰ ਇੱਕ ਗੱਲ ਮੈਂ ਬਿਨਾਂ ਝਿਜਕ ਦੇ ਕਹਿ ਸਕਦਾ ਕਿ ਸਰਦਾਰ ਰਾਜੇਵਾਲ ਨੂੰ ਮੈਂ ਉੱਥੇ ਵੀ ਕਹੀ ਸੀ ਕਿ ਇਹ ਤੁਸੀਂ ਦੇਖੋ, ਅਸੀਂ ਪਬਲਿਕਲੀ ਲਿਸਟ ਜਾਰੀ ਕੀਤੀ ਹੈ ਕਿ ਰੌਲਾ ਪਾਉਣ ਵਾਲੇ ਆਮ ਆਦਮੀ ਪਾਰਟੀ ਦੇ ਕਾਂਗਰਸੀ ਨੇ। ਤੁਸੀਂ ਉਹ ਤਸੱਲੀ ਕਰ ਲਓ ਕਿ ਸਾਡੀ ਲਿਸਟ ਸਹੀ ਹੈ ਕਿ ਜੋ ਕਹਿ ਰਹੇ ਆ। ਉਹਨਾਂ 'ਚ ਕਿਸਾਨ ਸੰਘਰਸ਼ ਵਾਲੇ ਕੋਈ ਨਹੀਂ ਸੀ। ਇਹ ਤਾਂ ਫਿਰ ਟਰੈਪ ਲੇ ਕਰ ਲਿਆ ਨਾ ਜੀ, ਕਹਿ ਕੇ ਕਿ ਕਿਸਾਨੀ ਇਤਰਾਜ਼ ਕਰਦੀ ਹੈ। ਕਿਸਾਨੀ ਇਤਰਾਜ਼ ਕਿਉਂ ਕਰੂ ਜੀ? ਜਿਹੜਾ 10,000 ਦੇ ਇਕੱਠ ਵਿੱਚ 8,000 ਬੰਦਾ ਉਹ ਕਿਸਾਨ ਬੈਠਾ ਹੈ। ਹਰ ਥਾਂ ਸਰ ਸੁਖਬੀਰ ਸਿੰਘ ਬਾਦਲ ਦਾ ਗੱਲ ਪੰਜਾਬ ਦੇ ਵਿੱਚ 5 ਤੋਂ ਲੈ ਕੇ 10,000 ਤੱਕ ਦੀ ਸੰਗਤ ਸੀ, ਤੇ ਉਹ ਕਿਸਾਨ ਨਹੀਂ ਸੀ। ਤੁਸੀਂ ਕਹਾਵਤ ਸੁਣੀ ਹੀ ਹੋਵੇਗੀ ਕਿ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਦਲਦਾ ਹੈ। ਜੀ ਹਾਂ, ਅਜਿਹਾ ਹੀ ਕੁਝ ਵੇਖਣ ਨੂੰ ਮਿਲ ਰਿਹਾ ਹੈ ਕਾਂਗਰਸ ਪਾਰਟੀ ਦੇ ਵਿੱਚ। ਕਾਂਗਰਸ ਹਾਈ ਕਮਾਂਡ ਦੇ ਅੰਦਰੂਨੀ ਕਲੇਸ਼ ਦਾ ਰੰਗ ਹੁਣ ਹੇਠਲੇ ਪੱਧਰ ਤੇ ਵੀ ਕਾਂਗਰਸੀ ਵਰਕਰਾਂ ਦੇ ਅਹੁਦੇਦਾਰਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਅੱਜ ਇਹ ਕੁਝ ਵੇਖਣ ਨੂੰ ਮਿਲਿਆ ਰੂਪਨਗਰ ਦੇ ਵਿੱਚ, ਜਿੱਥੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਵਰਿੰਦਰ ਢਿੱਲੋਂ ਦੇ ਵੱਲੋਂ ਰੂਪਨਗਰ ਦੇ ਵਿੱਚ ਆਪਣੇ ਧੜੇ ਦੇ ਕਾਂਗਰਸੀਆਂ ਨੂੰ ਲੈ ਕੇ ਰੂਪਨਗਰ ਦੀ ਲਾਇਬ੍ਰੇਰੀ ਵਿਖੇ ਸਫਾਈ ਅਭਿਆਨ ਚਲਾਇਆ ਸੀ। ਪਰੰਤੂ ਯੂਥ ਕਾਂਗਰਸ ਪ੍ਰਧਾਨ ਦੇ ਸਫਾਈ ਅਭਿਆਨ ਦੀ ਰੂਪਨਗਰ ਦੇ ਕਾਂਗਰਸੀ ਕੌਂਸਲਰਾਂ ਨੇ ਹੀ ਫੂਕ ਕੱਢ ਕੇ ਰੱਖ ਦਿੱਤੀ। ਸ਼ੁਰੂ ਕੀਤੇ ਸਫਾਈ ਅਭਿਆਨ ਨੂੰ ਲੈ ਕੇ ਯੂਥ ਕਾਂਗਰਸ ਪੰਜਾਬ ਪ੍ਰਧਾਨ ਵਰਿੰਦਰ ਢਿੱਲੋਂ ਅਤੇ ਰੂਪਨਗਰ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਵਰਮਾ ਨੇ ਕੀ ਕੁਝ ਕਿਹਾ, ਤੁਸੀਂ ਆਪ ਸੁਣ ਲਓ। ਕਰ ਰਿਹਾ, ਪਹਿਲੇ ਕਰੋਨਾ ਸੀ, ਹੁਣ ਡੇਂਗੂ ਵੀ ਪੂਰੀ ਜਗ੍ਹਾ ਫੈਲ ਰਿਹਾ ਹੈਗਾ। ਆਹ ਤੁਸੀਂ ਸਿਸਟਮ ਦੇਖ ਲਓ, ਬਿਮਾਰੀ ਨਹੀਂ ਫੈਲੇਗੀ ਤਾਂ ਕੀ ਕਰੇਗੀ? ਛੋਟੇ ਛੋਟੇ ਬੱਚੇ ਆਉਂਦੇ ਆ ਜਾਂਦੇ ਆ। ਮੰਦਿਰ ਹੈਗਾ ਜੀ, ਸਵੇਰੇ ਆਉਂਦੇ ਲੋਕ ਦਰਸ਼ਨ ਕਰਨ ਵਾਸਤੇ। ਆਹ ਸੱਜੇ ਪਾਸੇ ਗੁਰਦੁਆਰਾ, ਇੱਥੇ ਲੋਕ ਜਾਂਦੇ ਆ। ਆਹ ਤੁਸੀਂ ਸਿਸਟਮ ਬਣਾਇਆ ਰੋਪੜ ਮੇਨ ਬਾਜ਼ਾਰ ਦਾ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਤੁਸੀਂ ਕੀ ਕਰਦੇ ਹੋ? ਉਹ ਏਸੀ ਰੂਮਾਂ ਚੋਂ ਬਾਹਰ ਨਿਕਲ ਕੇ ਦੇਖੋ ਭਈ ਆਹ ਕੀ ਗੰਦਗੀ ਤੁਸੀਂ ਫੈਲਾ ਕੇ ਰੱਖੀ ਹੋਈ ਸ਼ਹਿਰ 'ਚ। ਸ਼ਰਮ ਆਉਣੀ ਚਾਹੀਦੀ ਤੁਹਾਨੂੰ ਲੋਕਾਂ ਨੂੰ। ਮੈਂ ਵਾਰਡ ਨੰਬਰ 11 ਦਾ ਮੌਜੂਦਾ ਐਮਸੀ ਹਾਂ ਤੇ ਅੱਜ ਸਫਾਈ ਅਭਿਆਨ ਸ਼ੁਰੂ ਹੋਇਆ। ਬਹੁਤ ਵਧੀਆ ਉਪਰਾਲਾ ਹੈ। ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਆਹ ਵੀ ਸਫਾਈ ਅਭਿਆਨ ਜ਼ਰੂਰੀ ਸੀਗਾ। ਅੱਜ 2 ਦਿਨ ਬਾਅਦ ਦਫ਼ਤਰ ਖੁੱਲ੍ਹੇ ਨੇ, ਆਹ ਕੂੜਾ ਪਿਆ, ਆਹ ਮੰਦਿਰ ਹੈ, 2 ਫਲਾਂਗ ਤੇ ਮੰਦਿਰ ਹੈ, ਨਾਲੇ ਗੁਰਦੁਆਰਾ ਸਾਹਿਬ ਹੈ, ਨਾਲੇ ਇੱਕ ਮੰਦਿਰ ਹੋਰ ਹੈ। ਸਭ ਤੋਂ ਪਹਿਲਾਂ ਇੱਥੇ ਸਫਾਈ ਹੋਣੀ ਚਾਹੀਦੀ ਹੈ। ਅਸੀਂ ਕਹਿੰਦੇ ਸਫਾਈ ਅਭਿਆਨ ਚੱਲਣਾ ਚਾਹੀਦਾ, ਬਹੁਤ ਜ਼ਰੂਰੀ ਹੈ। ਸਰਕਾਰੀ ਪ੍ਰਾਪਰਟੀਆਂ ਦਾ ਸਫਾਈ ਅਭਿਆਨ ਕਰਕੇ ਕੀ ਫਾਇਦਾ? ਸ਼ਹਿਰ 'ਚ ਕੂੜਾ ਪਿਆ, ਮੇਨ ਐਂਟਰੀ ਹੈ। ਸ਼ਹਿਰ 'ਚ ਜਾ ਕੇ ਦੇਖੋ ਕਿੰਨੇ ਕੂੜੇ ਦੇ ਢੇਰ ਪਏ ਆ। ਆ ਮੰਦਿਰ ਨਾਲ ਹੈ, ਧਾਰਮਿਕ ਸੰਸਥਾ ਨਾਲ ਆ, ਦੇਖੋ 2 ਫਲਾਂਗ ਤੇ ਮੰਦਿਰ ਹੈ। ਆ ਗੁਰਦੁਆਰਾ ਸਾਹਿਬ ਨਾਲ ਹੈ, ਨਾਲ ਹੋਰ ਮੰਦਿਰ ਹੈ। ਇੱਥੇ 3 ਧਾਰਮਿਕ ਸਥਾਨ ਹੈ। ਨੈਣਾ ਦੇਵੀ ਮੰਦਿਰ ਹੈ। ਪਹਿਲਾਂ ਇਹ ਸਫਾਈ ਜ਼ਰੂਰੀ ਹੈ ਕਿ ਉਧਰ ਚੌਥੇ ਮਹੱਲੇ ਜ਼ਰੂਰੀ ਹੈ? ਕੀ ਵਜ੍ਹਾ ਨੇ ਸ਼ਹਿਰ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਨੇ? ਪਤਾ ਨਹੀਂ, ਇਹ ਤਾਂ ਉਹੀ ਦੱਸਣਗੇ ਜਿਹਨੇ ਸਫਾਈ ਅਭਿਆਨ ਸ਼ੁਰੂ ਕਰਿਆ। ਉਹਨਾਂ ਨੂੰ ਚਾਹੀਦਾ ਵੀ ਹੈ, ਕਮੇਟੀ ਨੂੰ ਚਾਹੀਦਾ, ਈਓ ਸਾਹਿਬ ਨੂੰ ਚਾਹੀਦਾ, ਪਹਿਲਾਂ ਸ਼ਹਿਰ ਦੀ ਸਫਾਈ ਕਰਾਉਣ। ਬਾਹਰ ਦੇ ਆਊਟਿੰਗ ਏਰੀਆ ਦੀ ਤਾਂ ਜਦ ਮਰਜ਼ੀ ਕਰਾ ਲਓ, ਦਰਖਤ ਜਾਂ ਮਰਜ਼ੀ ਵਢਾ ਲਓ। ਆ ਲੋਕਾਂ ਨੇ ਮੰਦਿਰ ਜਾਣਾ, ਗੁਰਦੁਆਰਾ ਸਾਹਿਬ ਜਾਣਾ, ਉਹਨਾਂ ਨੂੰ ਪਹਿਲਾਂ ਜ਼ਰੂਰੀ ਹੈ ਗੰਦੇ ਪੈਰ ਲੈ ਕੇ ਗੁਰਦੁਆਰੇ ਮੰਦਿਰ ਜਾਣਗੇ? ਸਾਡੀ ਬੇਨਤੀ ਹੈ ਈਓ ਸਾਹਿਬ ਨੂੰ ਵੀ, ਪ੍ਰਸ਼ਾਸਨ ਨੂੰ ਵੀ ਪਹਿਲਾਂ ਸ਼ਹਿਰ ਦੀ ਸਫਾਈ ਕਰੋ, ਬਾਕੀ ਬਾਤ ਦੀਆਂ ਦੇਖੀ ਜਾਓ, ਜਿੱਦਾਂ ਮਰਜ਼ੀ ਕਰੋ, ਸਾਨੂੰ ਕੋਈ ਉਹ ਨਹੀਂ ਹੈਗਾ। ਸ਼ਹਿਰ ਦਾ ਮੁੱਖ ਐਂਟਰੀ ਹੈ ਸ਼ਹਿਰ ਦੀ ਹੈ। ਮੈਂ ਜੀ ਗੁਰਮਤਿ ਸਿੰਘ, ਸਮਾਜ ਸੇਵਕ। ਮੈਂ ਇਹ ਕਹਿੰਦਾ ਕਿ ਆਹ ਨਾ ਡਰਾਮੇਬਾਜ਼ੀ ਨਹੀਂ ਹੋਣੀ ਚਾਹੀਦੀ ਸਫਾਈ ਬਾਰੇ, ਕਿ ਰਾਜਨੀਤੀ ਡਰਾਮੇਬਾਜ਼ੀ ਨਹੀਂ ਹੋਣੀ ਚਾਹੀਦੀ। ਆਹ ਸਫਾਈ ਹੈ, ਦੇਖੋ ਆਹ ਦੇਖੋ ਢੇਰ, ਦੇਖੋ ਇੰਨੀ ਬਦਬੂ ਆ ਰਹੀ, ਇੰਨੀ ਬਦਬੂ ਆ ਰਹੀ। ਇਹ ਬਾਜ਼ਾਰ ਦਾ ਸਵਾਗਤੀ ਗੇਟ ਹੈ। ਇੰਨੇ ਬੰਦੇ ਨੇ ਬਾਜ਼ਾਰ 'ਚ ਜਾਣਾ, ਆਹ ਸਵਾਗਤੀ ਗੇਟ ਲਾਇਆ ਇਹਨਾਂ ਨੇ ਬਾਜ਼ਾਰ 'ਚ। ਇਹ ਕਦੀ ਵੀ ਨਹੀਂ ਚੱਕ ਹੋਇਆ। ਇੱਥੋਂ ਪਾਣੀ ਨਾਲੇ ਦਾ ਸਾਰਾ ਆਹ ਟੋਇਲਟ ਸਮੇਤ ਸੜਕ ਦੇ ਉੱਪਰ ਜਾਂਦਾ। ਜਿਹੜਾ ਉੱਧਰੋਂ ਆਉਂਦਾ ਪਹੁੰਚੇ ਉੱਪਰ ਚੱਕ ਕੇ, ਪੈਰ ਉੱਪਰ ਚੱਕ ਕੇ ਉਹਨੂੰ ਨਾਲਾ ਪਾਰ ਕਰਨਾ ਪੈਂਦਾ। ਇਹ ਨਾਲਾ ਨਹੀਂ, ਬਾਜ਼ਾਰ ਦਾ ਸਵਾਗਤੀ ਗੇਟ ਹੈ ਇਹ। ਮੈਂ ਇੰਨੀ ਵਾਰੀ ਇਹਦੀ ਖਬਰ ਵੀ ਲਵਾ ਲਈ, ਇੰਨੀ ਵਾਰੀ ਕਹਿ ਲਿਆ ਕਿ ਇਹਦਾ ਕੋਈ ਮਸਲਾ ਹੱਲ ਨਹੀਂ ਹੋ ਰਿਹਾ। ਇਹ ਰਾਜਨੀਤੀ ਡਰਾਮੇ ਛੱਡ ਕੇ ਜਿਹੜੀ ਸਫਾਈ ਵੱਲ ਅਸਲੀ ਧਿਆਨ ਦਿਓ। ਬਿਲਕੁਲ ਸਫਾਈ ਵੱਲ ਅਸਲੀ ਧਿਆਨ ਨਹੀਂ ਇਸ ਦਾ ਕਮੇਟੀ ਦਾ, ਬਿਲਕੁਲ ਵੀ। ਕੀ ਕਰ ਰਿਹਾ, ਪਹਿਲੇ ਕਰੋਨਾ ਸੀ, ਹੁਣ ਡੇਂਗੂ ਵੀ ਪੂਰੀ ਜਗ੍ਹਾ ਫੈਲ ਰਿਹਾ ਹੈਗਾ। ਆਹ ਤੁਸੀਂ ਸਿਸਟਮ ਦੇਖ ਲਓ, ਬਿਮਾਰੀ ਨਹੀਂ ਫੈਲੇਗੀ ਤਾਂ ਕੀ ਕਰੇਗੀ? ਛੋਟੇ ਛੋਟੇ ਬੱਚੇ ਆਉਂਦੇ ਆ ਜਾਂਦੇ ਆ। ਮੰਦਿਰ ਹੈਗਾ ਜੀ, ਸਵੇਰੇ ਆਉਂਦੇ ਲੋਕ ਦਰਸ਼ਨ ਕਰਨ ਵਾਸਤੇ। ਆਹ ਸੱਜੇ ਪਾਸੇ ਗੁਰਦੁਆਰਾ, ਇੱਥੇ ਲੋਕ ਜਾਂਦੇ ਆ। ਆਹ ਤੁਸੀਂ ਸਿਸਟਮ ਬਣਾਇਆ ਰੋਪੜ ਮੇਨ ਬਾਜ਼ਾਰ ਦਾ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਤੁਸੀਂ ਕੀ ਕਰਦੇ ਹੋ? ਉਹ ਏਸੀ ਰੂਮਾਂ ਚੋਂ ਬਾਹਰ ਨਿਕਲ ਕੇ ਦੇਖੋ ਭਈ ਆਹ ਕੀ ਗੰਦਗੀ ਤੁਸੀਂ ਫੈਲਾ ਕੇ ਰੱਖੀ ਹੋਈ ਸ਼ਹਿਰ 'ਚ। ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ ਲੋਕਾਂ ਨੂੰ।
ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੁਆਰਾ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਐਸਐਸਪੀ ਮੋਗਾ ਧਰੁਮਨ ਐਚ ਨਿੰਬਾਲੇ ਐਸਐਸਪੀ ਮੋਗਾ ਵੱਲੋਂ ਮਾੜੇ ਅਨਸਰਾਂ ਖਿਲਾਫ ਵੱਡੀ ਮੁਹਿੰਮ ਤਹਿਤ ਅੱਜ ਐਸਐਸਪੀ ਜਗਤਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਤਰਲੋਚਨ ਸਿੰਘ ਇੰਚਾਰਜ ਸੀਆਈ ਸਟਾਫ ਬਾਗਾ ਪੁਰਾਣਾ ਵੱਲੋਂ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਇਲਾਕੇ ਦੀ ਵੱਖ-ਵੱਖ ਟੀਮਾਂ ਬਣਾ ਕੇ ਭੇਜੀਆਂ ਸਨ, ਜਿਸ ਤਹਿਤ ਜਲਾਲਾਬਾਦ ਫਾਜ਼ਿਲਕਾ ਨੇੜੇ ਲੋਕਾ ਛਪਾ ਕੇ ਭਾਰੀ ਮਾਤਰਾ ਵਿੱਚ ਹੈਰੋਇਨ ਰੱਖੀ ਹੋਈ ਸੀ, ਜੋ ਭਾਰਤੀ ਸਮਗਲਰਾਂ ਨੇ ਇਹ ਹੈਰੋਇਨ ਨੂੰ ਪੰਜਾਬ ਵਿੱਚ ਸਪਲਾਈ ਕਰਨੀ ਸੀ। ਸਾਡੇ ਸੀਏ ਸਟਾਫ ਬਾਗੇਪੁਰਾ ਦੇ ਇੰਸਪੈਕਟਰ ਤਰਲੋਚਨ ਸਿੰਘ ਆ, ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਆਪਣਾ ਕੋਈ ਪੰਜਾਬ ਦਾ ਸਮਗਲਰ ਆ, ਇਹਨੇ ਪਾਕਿਸਤਾਨੀ ਸਮਗਲਰਾਂ ਦੇ ਨਾਲ ਰਲ ਕੇ ਇਹਨਾਂ ਨੇ ਹੈਰੋਇਨ ਮੰਗਾਈ ਆ, ਆਪਣੀ ਜੋਧਾ ਭੈਣੀ ਤੇ ਮੰਗਾ ਕੇ ਤੇ ਜੋਧਾ ਭੈਣੀ ਪੋਸਟ ਕੋਲੇ ਰਖਾਈ ਆ। ਸੋ ਆਫਟਰਵਰਡਸ ਪਹਿਲਾਂ ਚਲੋ ਅਸੀਂ ਜੋ ਸਾਡਾ ਜਿਵੇਂ ਟਰੈਪ ਹੁੰਦਾ ਅਸੀਂ ਉਹ ਰੱਖਿਆ, ਬਟ ਉਹ ਸਮਗਲਰ ਉੱਥੇ ਪਹੁੰਚੇ ਨਹੀਂ, ਯਾਨੀ ਕਿ ਇੱਧਰ ਅੱਗੋਂ ਕ੍ਰੋਸ ਨਹੀਂ ਹੋਈ। ਫਿਰ ਬਾਅਦ ਦੇ ਵਿੱਚ BSF ਦੇ ਨਾਲ ਸਰਚ ਆਪਰੇਸ਼ਨ ਚਲਾ ਕੇ ਫਿਰ ਉਹ 2 ਕਿਲੋ ਹਿਰਨ ਉੱਥੋਂ ਰਿਕਵਰ ਕੀਤੀ ਗਈ। ਸਰ ਕੋਈ ਦੋਸ਼ੀ ਵੀ ਗ੍ਰਿਫਤਾਰ ਹੋਇਆ? ਨਹੀਂ, ਹਜੇ ਕੋਈ ਨਹੀਂ ਹੈਗਾ, ਹਜੇ ਦੋਸ਼ੀ ਕੋਈ ਨਹੀਂ ਹੋਇਆ, ਬਟ ਕਰ ਰਹੇ ਹਾਂ, ਬਹੁਤ ਜਲਦੀ ਰਿਕਵਰ ਅਸੀਂ ਕਰ ਲਾਂਗੇ, ਅਰੈਸਟ ਕਰ ਲਾਂਗੇ। ਸੀਨੀਅਰ ਅਕਾਲੀ ਆਗੂ ਹਰੀਸ਼ ਰਾਏ ਟਾਂਡਾ ਨੇ ਕਿਹਾ ਹੈ ਕਿ ਲੋਕ ਇਨਸਾਫ ਪਾਰਟੀ ਮੁਖੀ ਅਤੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਖਿਲਾਫ ਰੇਪ ਦੇ ਦੋਸ਼ ਲਗਾਉਣ ਵਾਲੀ ਮਹਿਲਾ ਨੂੰ ਇਨਸਾਫ ਦਿਵਾ ਕੇ ਦਮ ਲੈਣਗੇ, ਜਿਨ੍ਹਾਂ ਨੇ ਮਾਮਲੇ ਨੂੰ ਲੈ ਕੇ ਪੁਲਿਸ ਅਤੇ ਸਰਕਾਰ ਦੇ ਰਵੱਈਏ ਉੱਪਰ ਵੀ ਨਾਖੁਸ਼ੀ ਪ੍ਰਗਟਾਈ, ਜਿਹੜੇ ਮਾਮਲੇ ਵਿੱਚ ਅਦਾਲਤ ਵੱਲੋਂ ਆਦੇਸ਼ ਦੇਣ ਦੇ ਬਾਵਜੂਦ ਵੀ ਹਾਲੇ ਤੱਕ ਬੈਂਸ ਨੂੰ ਗ੍ਰਿਫਤਾਰ ਨਹੀਂ ਕਰ ਸਕੇ। ਪੁਲਿਸ ਕਮਿਸ਼ਨਰ ਲੁਧਿਆਣਾ ਦਫ਼ਤਰ ਦੇ ਬਾਹਰ ਬੀਤੇ ਦਿਨੀ ਕਈ ਮਹੀਨਿਆਂ ਤੋਂ ਧਰਨੇ ਤੇ ਬੈਠੀ ਬਲਾਤਕਾਰ ਪੀੜਤ ਮਹਿਲਾ ਦੇ ਸਮਰਥਨ ਵਿੱਚ ਪਹੁੰਚੇ ਟਾਂਡਾ ਤੇ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਦੀਪ ਸਿੰਘ ਗੋਸ਼ਾ ਨੇ ਮਾਮਲੇ ਨੂੰ ਲੈ ਕੇ ਪੁਲਿਸ ਤੇ ਸਰਕਾਰ ਦੇ ਪੱਖਪਾਤੀ ਰਵੱਈਆ ਅਪਣਾਉਣ ਦੋਸ਼ ਲਗਾਏ। ਇਹ ਹੈ ਕਿ ਜੇ ਕਿਸੇ ਤੇ ਕੇਸ ਰਜਿਸਟਰ ਹੁੰਦਾ, ਕ੍ਰਾਈਮ ਹੁੰਦਾ, ਤਾਂ ਜਿਹੜਾ ਕੰਪਲੇਨੈਂਟ ਹੁੰਦਾ ਤਾਂ ਜਿਹੜੇ ਗਵਾਹ ਹੁੰਦੇ ਆ ਉਹਨਾਂ ਨੂੰ ਪ੍ਰੋਟੈਕਸ਼ਨ ਦੇਣੀ ਪੁਲਿਸ ਦਾ ਪਹਿਲਾ ਧਰਮ ਹੈ ਤੇ ਉਹਨਾਂ ਨੂੰ ਬਚਾਉਣਾ ਪੁਲਿਸ ਦੀ ਡਿਊਟੀ ਹੈ, ਕਿਉਂਕਿ ਜਿਹੜਾ ਕ੍ਰਾਈਮ ਹੈ, ਕ੍ਰਾਈਮ ਦੀ ਜਿਹੜੀ ਜ਼ਿੰਮੇਵਾਰੀ ਹੈ ਡਿਟੈਕਸ਼ਨ ਦੀ ਤੇ ਸਜ਼ਾ ਦਿਵਾਉਣ ਦੀ ਉਹ ਸਟੇਟ ਤੇ ਹੈ। ਇਸੇ ਕਰਕੇ ਜਿਹੜੇ ਫੌਜਦਾਰੀ ਕੇਸ ਹੁੰਦੇ ਆ ਉਹ ਕਦੇ ਇੰਡੀਵਿਜੂਅਲ ਵੱਲੋਂ ਨਹੀਂ ਹੁੰਦੇ, ਸਦਾ ਸਰਕਾਰ ਬਨਾਮ ਹੁੰਦੇ ਆ। ਇਨਵੈਸਟੀਗੇਸ਼ਨ ਵੀ ਸਰਕਾਰ ਕਰਦੀ ਹੈ, ਸਰਕਾਰੀ ਵਕੀਲ ਲੜਦਾ ਹੈ। ਪਰ ਕੀ ਬਣੂਗਾ ਇੱਕ ਸੱਭਿਅ ਮੁਲਕ ਦਾ, ਇੱਕ ਡੈਮੋਕ੍ਰੈਟਿਕ ਕੰਟਰੀ ਦਾ, ਜੇ ਇਸ ਕੰਟਰੀ ਦੇ ਕੁਰਸੀ ਤੇ ਬੈਠੇ ਹੋਏ DGP ਦਿਨਕਰ ਗੁਪਤੇ ਵਰਗੇ ਬੇਈਮਾਨ ਨਲਾਇਕ ਇਸ ਕਿਸਮ ਦੇ DGP ਹੋਣਗੇ ਜਿਹੜੇ ਕੈਪਟਨ ਅਮਰਿੰਦਰ ਦੀ, ਭਾਰਤ ਭੂਸ਼ਣ ਆਸ਼ੂ ਦੀ ਪੋਲੀਟੀਕਲ ਦਬਾਅ ਦੇ ਨੀਚੇ ਇਸ ਪੀੜਿਤ ਨੂੰ 8 ਮਹੀਨੇ ਸੜਕ ਤੇ ਬਿਠਾਇਆ, ਕੋਈ ਕੇਸ ਰਜਿਸਟਰ ਨਹੀਂ ਕੀਤਾ। ਸਿਮਰਜੀਤ ਸਿੰਘ ਬੈਂਸ ਨੂੰ ਖੁੱਲੀ ਛੁੱਟੀ ਦਿੱਤੀ ਕਿ ਕਿੰਨਾ ਐਵੀਡੈਂਸ ਉਹਨੂੰ ਡਿਸਟਰੋਏ ਕਰ ਲਵੇ, ਕਰਨ ਦਿੱਤਾ ਤੇ ਡਿਸਟਰੋਏ ਹੋਇਆ। ਉਹਦੇ ਬਾਅਦ ਜਦ ਅਦਾਲਤ ਦਾ ਕੁੰਡਾ ਖੜਕਾ ਕੇ ਕੇਸ ਰਜਿਸਟਰ ਹੋਇਆ, ਅੱਜ 2 ਮਹੀਨੇ ਤੋਂ ਉੱਤੇ ਹੋ ਗਏ, ਉਹਦੇ 'ਚ ਕੋਈ ਪ੍ਰੋਗਰੈਸ ਨਹੀਂ ਕੀਤੀ। 2 ਵਾਰ ਦਤਕਾਰ ਪਈ ਹੈ ਇਹਨਾਂ ਨੂੰ ਅਦਾਲਤ ਤੋਂ, ਹਾਈ ਕੋਰਟ ਤੋਂ, ਇਹਨਾਂ ਨੂੰ ਝਾੜ ਪਈ ਹੈ 15-15 ਮਿੰਟ 20 ਮਿੰਟ। ਉਹਦੇ ਬਾਅਦ ਪਿਛਲੀ ਤਰੀਕ ਤੇ ਮਾਨਯੋਗ ਹਾਈ ਕੋਰਟ ਨੇ ਕੀਤਾ ਹੈ ਕਿ ਮੈਨੂੰ ਦੱਸਿਆ ਗਿਆ ਹੈ ਕਿ ਕੋਈ ਮੀਨਿੰਗਫੁਲ ਇਨਵੈਸਟੀਗੇਸ਼ਨ ਨਹੀਂ ਹੋ ਰਹੀ, ਤੇ ਜੇ ਤੁਹਾਡਾ IO ਇਨਕੰਪੀਟੈਂਟ ਹੈ, ਯੂ ਆਰ ਐਟ ਲਿਬਰਟੀ ਟੂ ਅਪਾਇੰਟ ਨਿਊ IO। ਭਾਵ ਹਾਈ ਕੋਰਟ ਨੇ ਆਪਣਾ ਡਿਸਪਲੇਜਰ ਜ਼ਾਹਰ ਕੀਤਾ, ਇਹਨਾਂ ਨੇ ਫੇਰ ਕੱਖ ਨਹੀਂ ਕੀਤਾ। ਹੁਣ ਜਿਹੜੀ ਹਰਕਤ ਕੀਤੀ ਹੈ ਇਹ ਸਭ ਤੋਂ ਗਰਾਉਣੀ ਹਰਕਤ ਹੈ, ਲਾਸਟ ਸਟੇਜ ਹੈ ਇੱਕ ਦਰਿੰਦੇ ਦੀ, ਇੱਕ ਬਾਹੂਬਲੇ ਦੀ, ਇੱਕ ਪਾਪੀ ਦੀ, ਇੱਕ ਕ੍ਰਿਮੀਨਲ ਦੀ, ਇੱਕ ਰੇਪਿਸਟ ਦੀ। ਡਰਾ ਲਿਆ, ਲਵਾ ਲਿਆ, ਇਹਦੇ ਬਾਪ ਦੇ ਪਿੱਛੇ ਕਾਰ ਮਰਵਾ ਕੇ ਐਕਸੀਡੈਂਟ ਕਰਾ ਦਿੱਤਾ, ਇਹਨਾਂ ਦੀ ਭਤੀਜੀ ਦੀ ਵੀ ਲੱਤ ਭੰਨਤੀ ਪਿੱਛੇ ਕਿਸੇ ਨੇ ਸਕੂਟਰ ਮਾਰ ਕੇ। ਇਸ ਹਾਲਾਤ ਪੈਦਾ ਕਰ ਦਿੱਤੇ ਕਿ ਡਰ ਕੇ ਭੱਜ ਜਾਵੇ। ਹੁਣ ਕੀ ਕੀਤਾ ਹੈ, ਇੱਕ FIR ਦੇ ਵਿੱਚ, ਝੂਠੀ FIR ਦੇ ਵਿੱਚ ਪ੍ਰਿੰਕਲ ਜਿਹੜਾ ਕਿ ਪਰਮਜੀਤ ਦੂਜੀ ਪੀੜਤ ਦੀ ਮਦਦ ਕਰਦਾ ਹੈ, ਉਹਦਾ ਨਾਮ ਰਣਜੀਤ ਖਹਿਰਾ ਜੀ ਜਿਹੜਾ ਇਹਦੀ ਮਦਦ ਕਰਦੇ ਹੈ, ਤੇ ਗਵਾਹ ਹੈ ਇਹਦੇ ਕੇਸ 'ਚ ਉਹਨਾਂ ਦਾ ਪ੍ਰਿੰਕਲ ਦੇ ਇੱਕ ਦੋਸਤ ਦਾ ਤੇ ਪ੍ਰਿੰਕਲ ਪਿਤਾ ਜੀ ਦਾ ਨਾਮ ਪਾ ਕੇ ਇਹ ਕਹਿਤਾ ਕਿ ਸਾਸੀ ਅਚਾਨਕ ਜਾਂਦੇ ਸੀ, ਉੱਥੇ ਕੁਰਲੀ ਕਰਤੀ, ਇਹਨਾਂ ਤੇ ਛਿੱਟੇ ਪੈ ਗਏ, ਇਹਨਾਂ ਨੇ ਕਿਰਪਾਨਾਂ ਨਾਲ ਵੱਢਿਆ ਤੇ ਚੇਨੀ ਚੱਕ ਕੇ ਲੈ ਗਏ। ਫਿਰ ਇਹੀ ਨਹੀਂ, ਦੇਖੋ ਅਣਪਛਾਤੇ ਬੰਦੇ ਹੈ, ਉਹਨਾਂ ਦੇ ਨਾਮ ਕਿੱਥੋਂ ਆ ਜਾਂਦੇ ਆ, ਉਹਨਾਂ ਦੇ ਬਾਪ ਦਾ ਨਾਮ ਕਿੱਥੋਂ ਆ ਜਾਂਦਾ, ਉਹਨਾਂ ਦਾ ਨਿਕਨੇਮ ਕਿੱਥੋਂ ਆ ਜਾਂਦਾ, ਫਿਰ ਗੱਡੀ ਦਾ ਨੰਬਰ ਆਉਂਦਾ ਹੈ, ਫਿਰ ਗੱਡੀ ਦਾ ਮਾਲਕ ਦਾ ਨਾਮ ਆਉਂਦਾ ਹੈ, ਉਹਦਾ ਮਾਲਕ ਪ੍ਰਿੰਕਲ ਹੈ। ਫਿਰ ਨਹੀਂ ਹਟਦੇ, ਫਿਰ ਕੀ ਕਰਦੇ ਆ, 15 ਦਿਨ ਬਾਅਦ ਇੱਕ ਜਿਮਨੀ ਪੈਂਦੀ ਹੈ, ਉਹਦੇ 'ਚ ਕਹਿੰਦੇ ਜਿਹੜਾ ਕਾਰ ਦਾ ਚਾਲਕ ਸੀ, ਜਿਹੜਾ ਕਾਰ ਤੇ ਬੈਠਾ ਸੀ, ਨਾਮ ਨਹੀਂ ਸੀ ਪਤਾ, ਹੁਣ ਪਤਾ ਲੱਗ ਗਿਆ ਉਹ ਅਮਰਜੀਤ ਹੈ, ਇਸ ਬੀਬੀ ਦਾ ਲੜਕਾ, ਕੰਪਲੇਨੈਂਟ ਦਾ ਲੜਕਾ। 5 ਤੇ 307 ਲਗਾਤੀ, 307 ਦਾ ਕੇਸ। ਹੁਣ ਕੀ ਕੀਤਾ ਇਸ ਬੇਸ਼ਰਮ ਨੇ, ਢੀਠ ਨੇ, ਦਿਨਕਰ ਗੁਪਤੇ ਦੇ ਪਾਲੇ ਹੋਏ ਕੁੱਤੇ ਨੇ, ਕੈਪਟਨ ਅਮਰਿੰਦਰ ਦੀ ਸ਼ੈਲਟਰ ਦੇਣ ਵਾਲੇ ਕੁੱਤੇ ਨੇ, ਉਸਨੇ ਕੀ ਕੀਤਾ, ਇੱਕ FIR, ਮੈਨੂੰ ਦੁੱਖ ਨਾਲ ਕਹਿਣਾ ਪੈਂਦਾ ਕੁੱਤਾ,
ਕਿਉਂਕਿ ਇੱਕ FIR ਨਵੀਂ ਕਰਾ ਕੇ ਉਹਦੇ ਤੇ ਕਾਲਸ ਲਾਤੀ ਨਾਮਾਂ ਤੇ ਥਾਣੇ ਤੇ ਉਹ ਸਰਕੂਲੇਟ ਕੀਤੀ ਹੈ ਇੱਕ ਮੀਡੀਆ ਨੂੰ। ਇਹ ਕਿਹਾ ਕਿ ਇੱਕ ਹੋਰ ਪਰਚਾ ਹੋ ਗਿਆ ਕਬੂਤਰਬਾਜੀ ਦਾ ਪਰਮਜੀਤ ਕੌਰ ਦੇ ਮੁੰਡੇ ਤੇ, ਪ੍ਰਿੰਕਲ ਦੇ ਮਾਂ-ਬਾਪ ਤੇ। ਪਰ ਲਾਹਨਤ ਹੈ, ਇਹ ਪੁਲਿਸ ਦੀ ਜ਼ਮੀਰ ਮਰ ਗਈ, ਇਹ ਪੁਲਿਸ ਜਿਉਂਦੀ ਨਹੀਂ ਹੈ। ਇਹ ਪੁਲਿਸ ਤਨਖਾਹ ਲੁਟੇਰਿਆਂ ਨੂੰ ਮਦਦ ਕਰਨ ਲਈ ਲੈਂਦੀ ਹੈ। ਇਹ ਪੁਲਿਸ ਦੀ ਜ਼ਿੰਮੇਵਾਰੀ ਨਹੀਂ ਹੈ ਇੱਕ ਪੀੜਤ ਦੀ ਮਦਦ ਕਰੇ। ਇਹ ਪੁਲਿਸ ਦੀਆਂ ਵਰਦੀਆਂ ਲਾਣੀਆਂ ਚਾਹੀਦੀਆਂ। ਇਹਨਾਂ ਨੂੰ ਕਾਲੇ ਕੱਛੇ ਪਾ ਕੇ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਦਿਨਕਰ ਗੁਪਤਾ ਜੀ ਨੂੰ ਕਹਿਣਾ ਚਾਹੀਦਾ ਹੈ ਹੀ ਇਜ਼ ਗੈਂਗਸਟਰ ਹਿਮਸੈਲਫ। ਇਹ ਕਹਿੰਦੇ ਨਾ 37 ਗੈਂਗਸਟਰ ਅਸੀਂ ਫੜੇ, ਦਿਨਕਰ ਗੁਪਤਾ ਹਿਮਸੈਲਫ ਗੈਂਗਸਟਰ। ਮੈਂ ਇਹਦੇ ਕੋਲ ਜਾ ਕੇ ਕਹਿ ਕੇ ਅਸੀਂ ਮੈਂ ਤੇਰੇ ਖਿਲਾਫ ਬੋਲੂੰਗਾ। ਅੱਜ ਦੱਸਣਾ ਚਾਹੁੰਦਾ ਪੰਜਾਬ ਨੂੰ ਮੁਕਤ ਹੋਣਾ ਚਾਹੀਦਾ ਇਹੋ ਜਿਹੇ ਗੈਂਗਸਟਰ ਪੁਲਿਸ ਤੋਂ। ਤੇ ਮੈਂ ਬੇਨਤੀ ਕਰੂੰਗਾ, ਅੱਜ ਮਿਲੂੰਗਾ ਵੀ ਕਮਿਸ਼ਨਰ ਸਾਹਿਬ ਨੂੰ ਕਿ ਇਹ ਸਾਰੇ ਹਾਲਾਤ ਤੋਂ ਜਾਣੂ ਕਰਾਉਣ। ਮੈਨੂੰ ਪੂਰੀ ਉਮੀਦ ਹੈ ਮੌਜੂਦਾ ਕਮਿਸ਼ਨਰ ਸਾਹਿਬ ਤੋਂ, ਕਿਉਂਕਿ ਇਹਨਾਂ ਦਾ ਮੈਂ ਪੂਰਾ ਲਾਈਫ ਕੈਰੀਅਰ ਦੇਖਿਆ। ਹੀ ਇਜ਼ ਹਾਈਲੀ ਪ੍ਰੋਫੈਸ਼ਨਲ ਮੈਨ। ਅੱਜ ਮੈਂ ਮਿਲੂੰਗਾ ਇਹਨਾਂ ਨੂੰ। ਸ਼੍ਰੀ ਮੁਕਤਸਰ ਸਾਹਿਬ ਦੇ ਸਬ ਡਿਵੀਜ਼ਨ ਮਲੋਟ ਦੇ ਥਾਣਾ ਸਦਰ ਦੇ ਅਧੀਨ ਆਉਂਦੇ ਪਿੰਡ ਝੋੜ ਵਿੱਚ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਵਿੱਚ ਹਸਪਤਾਲ ਲਿਆਂਦਾ ਗਿਆ, ਜਿੱਥੇ ਪੁਲਿਸ ਦੀ ਵੱਡੀ ਨਲਾਇਕੀ ਸਾਹਮਣੇ ਆਈ। 36 ਘੰਟੇ ਬੀਤਣ ਤੋਂ ਬਾਅਦ ਕੋਈ ਮਾਮਲਾ ਦਰਜ ਨਹੀਂ ਹੋਇਆ। ਹਮਲਾਵਰ ਬਾਰ-ਬਾਰ ਚੱਕਰ ਲਗਾ ਰਹੇ ਹਨ ਤੇ ਧਮਕੀਆਂ ਦਿੰਦੇ ਆ ਰਹੇ ਹਨ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਡਰ ਹੈ ਕਿ ਲੋਕੀ ਉਹਨਾਂ ਨੂੰ ਮਾਰ ਨਾ ਦੇਣ, ਇਸ ਕਰਕੇ ਤੁਰੰਤ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਸਾਡੇ ਕੋਲ ਕੱਲ ਇੱਕ MLR ਗੁਰਪ੍ਰੀਤ ਸਿੰਘ ਸਨ ਆਫ ਜੋਗਿੰਦਰ ਸਿੰਘ ਵਾਸੀ ਝੋੜ ਦੀ ਆਈ ਸੀ, ਜਿਹੜਾ ਹੁਣ ਸਿਵਲ ਹਸਪਤਾਲ ਮਰੋੜ ਦਾਖਲ ਹੈ। ਉਹਦਾ ਅੱਜ ਅਸੀਂ ਬਿਆਨ ਕਲਮਬੰਦ ਕੀਤਾ, ਜਿਹਦੇ ਕੁਝ ਸੱਟਾਂ ਸਰੀਰ 'ਤੇ ਸੱਟਾਂ ਹਨ। ਜਿਹਨੇ ਉਹਨਾਂ ਆਪਣਾ ਬਿਆਨ ਲਿਖਾਇਆ ਵੀ ਜਿਹੜੇ ਮੇਰੇ ਮੰਗਾ ਸਿੰਘ ਹੈ ਪਿੰਡ ਦਾ ਆਦਮੀ, ਇੱਕ ਸੁਖਮਨ ਸਿੰਘ ਹੈ, ਇੱਕ ਜਿਹੜਾ ਹੈਗਾ ਗੱਗੂ ਸਿੰਘ ਹੈ, ਅਤੇ ਇਹ ਜਿਹੜੀਆਂ ਸੱਟਾਂ ਉਹ ਮਰਾਈਆਂ ਇਹ ਰਾਜਾ ਸਿੰਘ ਉਸ ਪਿੰਡ ਦਾ ਹੀ ਹੈ। ਇਹ ਉਹਨੇ ਕਹਿਣ 'ਤੇ ਇਹ ਜਿਹੜੀਆਂ ਸੱਟਾਂ ਮੇਰੇ ਮਾਰੀਆਂ। ਐਕਚੁਅਲੀ ਝਗੜਾ ਇਹ ਹੈਗਾ ਵੀ ਜਿਹੜਾ ਗੁਰਪ੍ਰੇਮ ਸਿੰਘ ਹੈ, ਇਹਦੇ ਗੁਆਂਢ ਦੇ ਵਿੱਚ ਰਾਜੂ ਸਿੰਘ ਸਨ ਆਫ ਨਿੱਕਾ ਸਿੰਘ ਦਾ ਘਰ ਹੈ। ਉਹਦੇ ਘਰ ਵਾਲੀ ਕਰੀਬ 2 ਸਾਲ ਤੋਂ ਆਪਣੇ ਪੇਕੇ ਪਿੰਡ ਇਹਨੂੰ ਛੱਡ ਕੇ ਪਿੰਡ ਮਣੀਆਂ ਵਾਲਾ ਥਾਣਾ ਕੋਟਪਈ ਗਈ ਹੋਈ ਹੈ, ਜਿਹਦੇ ਨਾਲ ਇਸ ਗੁਰਪ੍ਰੇਮ ਸਿੰਘ ਦੇ ਪ੍ਰੇਮ ਸੰਬੰਧ ਸੀਗੇ, ਜੋ ਕੁਝ ਚਿਰ ਪਹਿਲਾਂ ਉਹਨੂੰ ਆਪਣੇ ਉਸਦੇ ਪੇਕਿਆਂ ਤੋਂ ਭਜਾ ਕੇ ਲੈ ਗਿਆ ਸੀ, ਜਿਹਦਾ ਕੁਝ ਦਿਨ ਪਹਿਲਾਂ ਉਹ ਥਾਣਾ ਕੋਟਪਈ ਵਿੱਚ ਇਹਨਾਂ ਦਾ ਆਪਦਾ ਫੈਸਲਾ ਹੋਇਆ। ਇਸ ਰੰਜਿਸ਼ ਕਰਕੇ ਹੀ ਜਿਹੜੀ ਇਸ ਸੱਟਾਂ ਵਿੱਚ ਮਾਰੀ। ਤਰਨਤਾਰਨ ਦੇ ਥਾਣਾ ਚੋਹਲਾ ਸਾਹਿਬ ਵਿੱਚ ਨਵ-ਵਿਆਹੀ ਲੜਕੀ ਬਲਜਿੰਦਰ ਕੌਰ ਨੇ ਆਪਣੇ ਸਹੁਰੇ ਪਰਿਵਾਰ ਉੱਪਰ ਦਾਜ ਵਿੱਚ ਕਾਰ ਨਾ ਲਿਆਉਣ ਕਰਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਮਾਮਲਾ ਸਾਹਮਣੇ ਆਇਆ ਹੈ। ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣ ਦਾ ਸਮਾਚਾਰ ਮਿਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਲੜਕੀ ਦਾ ਕਹਿਣਾ ਹੈ ਕਿ ਉਸ ਨੂੰ ਕੁੱਟਮਾਰ ਕਰਕੇ ਥਾਣੇ ਦੇ ਬਾਹਰ ਸੁੱਟ ਗਏ ਅਤੇ ਬੜੀ ਮੁਸ਼ਕਲ ਦੇ ਨਾਲ ਇੱਕ ਹੌਲਦਾਰ ਨੇ ਉਸ ਨੂੰ ਬਚਾਇਆ। ਪਰ ਜਦੋਂ ਇਸ ਸਬੰਧ ਵਿੱਚ ਕੁੜੀ ਵਾਲਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਸਾਰੇ ਦੋਸ਼ ਬੇਬੁਨਿਆਦ ਹਨ, ਉਹਨਾਂ ਨੇ ਕੋਈ ਵੀ ਕੁੱਟਮਾਰ ਨਹੀਂ ਕੀਤੀ। ਜਦੋਂ ਕਿ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਖੁਦ ਦੇਖਿਆ ਕਿ 2 ਬੰਦੇ ਇਸ ਲੜਕੀ ਦੀ ਕੁੱਟਮਾਰ ਕਰ ਰਹੇ ਸਨ ਤੇ ਉਸ ਨੂੰ ਬਚਾ ਕੇ ਥਾਣੇ ਦੇ ਅੰਦਰ ਲਿਆਂਦਾ। ਮੇਰਾ ਨਾਮ ਬਲਜਿੰਦਰ ਕੌਰ ਆ। ਤੇ ਕਿੱਥੇ ਗਈ ਹੈ? ਮੈਂ ਧੁੰਦੇ ਪਿੰਡ ਵਿਆਹੀ। ਤੇ ਅੱਜ ਥਾਣਾ ਤੇ ਚੋਲੇ ਸਾਹਿਬ ਗਈ, ਕੀ ਗੱਲਬਾਤ ਕੀਤੀ? ਮੇਰੇ ਸਹੁਰਿਆਂ ਨੇ ਮੈਨੂੰ ਬਹੁਤ ਟੌਰਚਰ ਕੀਤਾ, ਬਹੁਤ ਮਾਰਦੇ ਕੁੱਟਦੇ, ਮੇਰੇ ਨਾਨਾ ਕੇ ਮਾਰਦੀਆਂ ਕੁੱਟਦੀਆਂ। ਮੇਰੀ ਸੱਸ ਮੈਨੂੰ ਕੁੱਤੀ ਬਿੱਲੀ ਤੋਂ ਬਿਨਾਂ ਨਹੀਂ ਬੋਲਦੀ। ਮੇਰੇ ਘਰ ਵਾਲੇ ਨੇ ਮੈਨੂੰ ਮਾਰਿਆ, ਸਹੁਰੇ ਨੇ ਮਾਰਿਆ, ਚੁੰਡੀਆਂ ਤੋਂ ਖਿੱਚ ਕੇ ਵੱਖੀਆਂ ਜਿਹੀ ਮੁੱਕੀਆਂ ਮਾਰ ਕੇ। ਸਰਪੰਚ ਦੀ ਸ਼ਹਿਰ ਦੇ ਨਾਲ ਸਰਪੰਚ ਨੇ ਆਖਿਆ ਵੀ ਉਹਨੂੰ ਲੈ ਕੇ ਆਓ, ਤੇ ਮੈਨੂੰ ਧੋ ਕੇ ਗੱਡੀ ਵਿੱਚ ਲੱਦ ਕੇ ਲੈ ਆਏ। ਕਦੀ ਮੈਨੂੰ ਵੱਖ-ਵੱਖ ਜਗ੍ਹਾ ਤੇ ਲਈ ਫਿਰਦੇ, ਕਦੀ ਸਰਪੰਚ ਤੋਂ ਲੈ ਕੇ ਗਏ, ਕਦੀ ਮੈਨੂੰ ਕਿਤੇ ਲੈ ਕੇ ਗਏ। ਫਿਰ ਆਖਿਰ ਮੈਨੂੰ ਇੱਥੇ ਥਾਣੇ ਛੱਡ ਗਏ। ਥਾਣੇ ਛੱਡ ਕੇ ਤੇ ਆਪ ਚੱਲੇ। ਮੈਨੂੰ ਇੱਥੇ ਗੱਡੀ ਵਿੱਚ ਮੈਂ ਬੈਠੀ ਤੇ ਮੈਨੂੰ ਮੇਰਾ ਘਰ ਵਾਲਾ ਮਾਰਨ ਤੁਰਿਆ ਸੀ, ਤੇ ਬਾਅਦ ਵਿੱਚ ਇੱਥੋਂ ਪੁਲਿਸ ਮੁਲਾਜ਼ਮਾਂ ਨੇ ਮੇਰੀ ਹਾਲਾਤ ਵੇਖੇ ਵੀ ਕੁੜੀ ਨੂੰ ਮਾਰਦਾ ਪਿਆ, ਤੇ ਉਹਨਾਂ ਨੇ ਜਾ ਕੇ ਮੇਰਾ ਬਚਾਅ ਕੀਤਾ। ਕਿੰਨੇ ਚਿਰ ਹੋ ਗਿਆ ਵਿਆਹ ਨੂੰ? ਮੇਰੇ ਵਿਆਹ ਨੂੰ ਜੇ 15 ਮਾਰਚ ਨੂੰ ਮੇਰਾ ਵਿਆਹ ਹੋਇਆ ਸੀ। ਮੇਰੇ ਤੋਂ ਕਾਰ ਦੀ ਮੰਗ ਕਰਦੇ, ਮੇਰਾ ਪਿਓ ਨੇ ਹੈਸੀਅਤ ਤੋਂ ਵੱਧ ਦਿੱਤਾ। ਮੇਰੇ ਤੋਂ ਦਾਜ ਦੀ ਮੰਗ ਕਰਦੇ, ਕਦੀ ਆਹ ਚੀਜ਼ ਲੈ ਕੇ ਆ। ਮੈਂ ਆਖਰੀ ਇਹ ਕਹਿੰਦੀ ਆਪਣੇ ਮਾਪਿਓ ਨੂੰ ਵੀ ਮੇਰਾ ਤਲਾਕ ਕਰਾ ਦਿਓ, ਮੈਂ ਕਿਉਂਕਿ ਨਹੀਂ ਦੁੱਖ ਦੇ ਸਕਦੀ ਆਪਣੇ ਮਾਪਿਓ ਨੂੰ ਕਿ ਮੈਂ ਇੱਥੇ ਨਹੀਂ ਰਹਿ ਸਕਦੀ, ਕਿਉਂਕਿ ਮੈਨੂੰ ਬਹੁਤ ਟੌਰਚਰ ਕਰਦੇ। ਮੇਰੇ ਮਾਪਿਓ ਨੂੰ ਗਾਲਾਂ ਕੱਢਦੇ ਸੀ, ਕਹਿੰਦੇ ਖਾਨਾ ਬਦੋਸ਼ ਹੈਗੇ, ਮੈਂ ਤੇ ਬਾਹਰੋਂ ਆਇਆ ਵਾਂ, ਮੈਂ ਤੇ ਮੈਨੂੰ ਤੇ ਇੰਨਾ ਕੁਝ ਚਾਹੀਦਾ ਸੀ ਦਾਜ ਵਿੱਚ। ਇਹਨਾਂ ਨੇ ਕੁਝ ਨਹੀਂ, ਮੈਨੂੰ ਬੁਲਟ ਚਾਹੀਦਾ ਸੀ, ਮੈਨੂੰ ਕਾਰ ਚਾਹੀਦੀ, ਇਹਨਾਂ ਮੋਟਰਸਾਈਕਲ ਨੇ ਕੰਮ ਸਾਰ ਦਿੱਤਾ। ਪਹਿਲੇ ਮੇਰੇ ਗਰੀਬ ਪਿਓ ਨੇ ਹੈਸੀਅਤ ਤੋਂ ਵੱਧ ਦਿੱਤਾ ਸੀ। ਕੀ ਕਰਦਾ ਘਰ ਵਾਲਾ? ਮੇਰਾ ਘਰ ਵਾਲਾ ਸਿੰਗਾਪੁਰੋਂ ਆਇਆ। ਤੇ ਸੱਸ ਸਹੁਰਾ? ਸੱਸ ਸਹੁਰਾ ਮੇਰਾ ਸਹੁਰਾ ਮੈਂਬਰ ਆ ਧੁੰਦੇ ਪਿੰਡ ਦਾ। ਕਾਂਗਰਸੀ? ਹਾਂਜੀ। ਤੇ ਜਿਹੜਾ ਸਰਪੰਚ ਵਾ ਉਹਦੇ ਸ਼ਹਿਰ ਨਾਲ ਸਭ ਕੁਝ ਹੁੰਦਾ। ਸਰਪੰਚ ਕਹਿੰਦਾ ਜੋ ਮਰਜ਼ੀ ਕਰੋ, ਉਹਨੂੰ ਛੱਡ ਕੇ ਆਓ। ਜੋ ਇੱਕ ਉਹਦਾ ਮੁੰਡਾ ਪੰਮਾ, ਉਹ ਸਾਡੇ ਪਿੰਡ ਵਿਆਹਿਆ, ਉਹਨੇ
ਉਹਨੇ ਵੀ ਸਾਡੇ ਪਿੰਡੋਂ ਕੋਈ ਗੱਲਾਂ ਕਰ ਕਰਕੇ ਤੇਰਾ ਪਿਓ ਨਾ ਉਹਦੇ ਸਹੁਰੇ ਪਰਿਵਾਰ ਤੋਂ ਸੁਣਦਾ ਹੋਊਗਾ ਗੱਲਾਂ ਬਾਤਾਂ ਤੇ ਇਦਾਂ ਖਾਨਾ ਬਦੋਸ਼ ਹੈਗੇ ਆ, ਉਹ ਟਪੋਰੀ ਹੈਗੇ ਆ ਉਹ। ਤੇ ਮੈਂ ਕਿਹਾ ਵੀ ਜਦੋਂ ਮੈਂ ਮੰਗੀ ਹਾਂ ਤੁਸੀਂ 2.5 ਸਾਲ ਮੈਂ ਮੰਗੀ ਰਹੀ ਤੁਸੀਂ ਉਦੋਂ ਪਤਾ ਕਰ ਲੈਂਦੇ, ਹੁਣ ਜੋ ਮੈਨੂੰ ਮਿਹਣੇ ਮਾਰਦੇ ਜੋ। ਇੱਕ ਮੇਰੀ ਜਠਾਣੀ ਆ ਪਲਕ, ਉਹਦਾ ਘਰ ਵਾਲਾ ਗਿਆ ਅਮਰੀਕਾ ਤੇ ਉਹ ਕਹਿੰਦਾ ਵੀ ਜਿੰਨੇ ਇਹਨਾਂ ਨੂੰ ਦਫਾ ਕਰੋ, ਇਹਨੂੰ ਦਫਾ ਕਰੋ, ਜਿੰਨੇ ਪੈਸੇ ਦੇਣੇ ਨਾ ਮੈਂ ਪੈਸੇ ਦਊਂਗਾ, ਮੈਂ ਪੈਸੇ ਭੇਜੂੰਗਾ ਇੱਥੋਂ। ਤੇ ਮੇਰੀ ਜਠਾਣੀ ਵੀ ਮੈਨੂੰ ਬਹੁਤ ਤਾਨੇ ਮਿਹਣੇ ਕੱਸਦੀ ਸੀ, ਬਹੁਤ ਜ਼ਿਆਦਾ। ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅੱਜ ਹੋਈ ਬੇਅਦਬੀ ਦੀ ਘਟਨਾ ਤੋਂ ਬਾਅਦ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਅਤੇ ਆਪਣੇ ਸਾਥੀਆਂ ਸਮੇਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਜਿੱਥੇ ਨਤਮਸਤਕ ਹੋਣ ਲਈ ਪੁੱਜੇ, ਉੱਥੇ ਉਹਨਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ। ਨੇ ਅਸਲ ਇਹਦੇ ਪਿੱਛੇ ਕੋਈ ਸਾਜ਼ਿਸ਼ ਆ, ਇਹ ਅਚਨਚੇਤ ਨਹੀਂ ਵਾਪਰਦੀਆਂ। ਜੌਲੀਆਂ ਪਿੰਡ ਸੰਗਰੂਰ ਦੇ ਵਿੱਚ ਘਟਨਾ ਵਾਪਰੀ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੇ ਉੱਤੇ ਲਿਜਾ ਕੇ ਤੇਲ ਪਾ ਕੇ ਅੱਗ ਲਾ ਦੇਣੀ, ਗੁਰੂ ਸਾਹਿਬ ਦੇ ਸਰੂਪ ਗੁਰਦੁਆਰਾ ਸਿੰਘ ਵਾਲਾ ਤੋਂ ਚੋਰੀ ਕਰ ਲੈਣੇ, ਬਰਗਾੜੀ ਦੀਆਂ ਗਲੀਆਂ 'ਚ ਪੱਤਰੇ ਪਾੜ ਕੇ ਖਿਲਾਰ ਦੇਣੇ, ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਮੰਜੀ ਸਾਹਿਬ ਤੇ ਜਾ ਕੇ ਪਲਾਤੀ ਮਾਰ ਕੇ ਬਹਿ ਜਾਣਾ ਕਿਸੇ ਨੇ। ਔਰ ਇੱਥੇ ਜੋ ਅੱਜ ਤੱਕ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਘਟਨਾ ਵਾਪਰੀ ਇਹ ਵੀ ਬੜੀਆਂ ਮੰਦਭਾਗੀਆਂ ਘਟਨਾਵਾਂ ਨੇ ਔਰ ਇਹਦੇ ਪਿੱਛੇ ਬੜੀ ਸਾਜ਼ਿਸ਼ ਆ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪ੍ਰਭੂ ਸੱਤਾ ਨੂੰ, ਸਿੱਖ ਪੰਥ ਦੀ ਪ੍ਰਭੂ ਸੱਤਾ ਨੂੰ ਚੈਲੰਜ ਕਰਨ ਵਾਲੀਆਂ ਘਟਨਾਵਾਂ ਨੇ। ਅਕਸਰ ਇਹਨਾਂ ਘਟਨਾਵਾਂ ਵਿੱਚ ਇਹ ਕਹਿ ਕੇ ਇਹਨਾਂ ਨੂੰ ਜਾਂਚ ਨੂੰ ਠੱਪ ਕਰ ਦਿੱਤਾ ਜਾਂਦਾ ਕਿ ਘਟਨਾ ਕਰਨ ਵਾਲਾ ਮੈਂਟਲੀ ਅਪਸੈਟ ਹੈ, ਜਦੋਂ ਕਿ ਮੈਂਟਲੀ ਅਪਸੈਟ ਆਪਣੇ ਘਰ 'ਚ ਮਾਂ-ਬਾਪ ਦੇ ਇੱਟਾਂ ਰੋੜਾ ਨਹੀਂ ਮਾਰਦਾ, ਉਹਨਾਂ ਦੇ ਕੱਪੜੇ ਨਹੀਂ ਪਾੜਦਾ, ਘਰ ਦਾ ਸਮਾਨ ਨਹੀਂ ਸਿੱਟਦਾ। ਇੰਨਾ ਰਾਹ ਲੰਘ ਕੇ ਸਾਰਾ ਅਨੰਦਪੁਰ ਸਾਹਿਬ ਲੰਘ ਕੇ ਉਹ ਆ ਕੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਉੱਪਰ ਇਸ ਤਰ੍ਹਾਂ ਦੀ ਘਟਨਾ ਕਰਦਾ ਮੰਦਭਾਗੀ। ਤੇ ਇੱਥੋਂ ਇਹ ਲੱਗਦਾ ਇਹਦੇ ਪਿੱਛੇ ਵੱਡੀਆਂ ਸਾਜ਼ਿਸ਼ਾਂ ਨੇ। ਸਾਡੀਆਂ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਨੂੰ ਇਹਨਾਂ ਸਾਜ਼ਿਸ਼ਾਂ ਵਾਲੇ ਪਾਸੇ ਜਾਣਾ ਚਾਹੀਦਾ ਵੀ ਇਹ ਸਾਜ਼ਿਸ਼ਾਂ ਕੌਣ ਕਰ ਰਿਹਾ, ਕਿਉਂ ਆ। ਇਹ ਕਰਿੰਦੇ ਆ ਸਾਜ਼ਿਸ਼ਾਂ ਦੇ, ਇਹੋ ਜਿਹੇ ਲੋਕ ਜਿਹੜੇ ਆ ਇਹ ਪੇਡ ਬੰਦੇ ਆ, ਭਾਵੇਂ ਪ੍ਰਸ਼ਾਸਨ ਇਹਨੂੰ ਜੋ ਮਰਜ਼ੀ ਕਹੇ, ਪਰ ਅਸਲ ਜਿਹੜੀ ਕਹਾਣੀ ਹੈ ਇਹੋ ਜਿਹੇ ਇਹਨਾਂ ਪਿੱਛੇ ਸਾਜ਼ਿਸ਼ਾਂ ਨੇ। ਮੈਂਟਲੀ ਅਪਸੈਟ ਕਹਿ ਕੇ ਮਾਮਲੇ ਦੇ ਘਟਾ ਪਾ ਕੇ ਦੀਆਂ ਚੋਣਾਂ ਵੀ ਆ ਰਹੀਆਂ ਪੰਜਾਬ। ਜਲੰਧਰ ਦੇ ਭਾਜਪਾ ਦੇ ਲੀਗਲ ਸੈੱਲ ਦੇ ਪ੍ਰਧਾਨ ਲਖਨ ਗਾਂਧੀ ਦੇ ਉੱਪਰ ਅੰਮ੍ਰਿਤਸਰ ਦੇ ਥਾਣਾ ਬੀ ਡਿਵੀਜ਼ਨ ਦੀ ਪੁਲਿਸ ਨੇ 28 ਲੱਖ ਤੋਂ ਜ਼ਿਆਦਾ ਰਾਸ਼ੀ ਦੇ ਧੋਖਾਧੜੀ ਦੇ ਮਾਮਲੇ ਵਿੱਚ ਮਾਮਲਾ ਦਰਜ ਕੀਤਾ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਭਾਜਪਾ ਨੇਤਾ ਨੇ ਇੱਕ ਗੈਂਗਰੇਪ ਮਾਮਲੇ ਵਿੱਚ ਨੌਜਵਾਨ ਦਾ ਕੇਸ ਰਫਾ-ਦਫਾ ਕਰਾਉਣ ਦੀ ਏਵਜ਼ ਵਿੱਚ ਇਹ ਪੈਸੇ ਖਾਦੇ ਸਨ। ਇਸ ਮਾਮਲੇ ਵਿੱਚ ਪੁਲਿਸ ਨੇ ਭਾਜਪਾ ਨੇਤਾ ਨੂੰ ਇੱਕ ਦਿਨਾਂ ਪੁਲਿਸ ਰਿਮਾਂਡ ਤੇ ਲੈ ਲਿਆ ਹੈ। ਦੂਜੇ ਪਾਸੇ ਭਾਜਪਾ ਨੇਤਾ ਦਾ ਕਹਿਣਾ ਹੈ ਕਿ ਉਹ ਬੇਕਸੂਰ ਹਨ ਅਤੇ ਉਹਨਾਂ ਨੂੰ ਨਿਆਂਪਾਲਕਾਂ ਦੇ ਪੂਰਾ ਭਰੋਸਾ ਹੈ। ਅੱਜ ਸ਼੍ਰੀ ਅਨੰਦਪੁਰ ਸਾਹਿਬ ਦੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤਾ ਗਿਆ ਸੀ, ਪਰ ਇੱਕ ਨੌਜਵਾਨ ਦੁਆਰਾ ਸਿਗਰਟ ਪੀ ਕੇ ਸੁੱਟਣ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ, ਜਿਸ ਨੂੰ ਤੁਰੰਤ ਕਾਬੂ ਕਰ ਲਿਆ ਗਿਆ। ਬਹਰਾਲ ਇਸ ਸ਼ਖਸ ਨੂੰ 4 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ। ਦੇਖੋ, ਅੱਜ ਜਿਹੜੀ ਇਹ ਬੇਅਦਬੀ ਦੀ ਘਟਨਾ ਹੋਈ ਹੈ ਇਹ ਬੜੀ ਮੰਦਭਾਗੀ ਘਟਨਾ ਹੈ। ਇਹਦੇ ਨਾਲ ਸਾਡੇ ਸਾਰਿਆਂ ਨੂੰ ਵੀ ਬਹੁਤ ਠੇਸ ਪਹੁੰਚੀ ਹੈ ਤੇ ਬਾਰ ਐਸੋਸੀਏਸ਼ਨ ਅਨੰਦਪੁਰ ਸਾਹਿਬ ਵੱਲੋਂ ਬਤੌਰ ਪ੍ਰਧਾਨ ਮੈਂ ਔਰ ਮੇਰੀ ਐਗਜ਼ੈਕਟਿਵ ਟੀਮ ਨੇ ਫੈਸਲਾ ਲਿਆ ਕਿ ਅਸੀਂ ਇਸ ਦੋਸ਼ੀ ਵੱਲੋਂ ਨਾ ਤਾਂ ਪੇਸ਼ ਹੋਵਾਂਗੇ ਤੇ ਨਾ ਹੀ ਇਸ ਮੁਕੱਦਮੇ ਦੀ ਕੋਈ ਪੈਰਵੀ ਕਰਾਂਗੇ। ਅੱਜ ਮਾਣਯੋਗ ਅਦਾਲਤ ਵਿੱਚ ਦੋਸ਼ੀ ਨੂੰ ਪੇਸ਼ ਕੀਤਾ ਗਿਆ ਤੇ ਕੋਰਟ ਵੱਲੋਂ ਵੀ ਉਸ ਦਾ ਰਿਮਾਂਡ ਦਿੱਤਾ ਗਿਆ। ਇਹ ਐਕਚੁਅਲੀ FIR ਨੰਬਰ 122 ਅੱਜ ਹੀ ਦਰਜ ਹੋਈ ਹੈ 295 IPC 'ਚ, ਜਿਹਦੇ ਵਿੱਚ ਪੁਲਿਸ ਸਟੇਸ਼ਨ ਅਨੰਦਪੁਰ ਸਾਹਿਬ ਦਰਜ ਹੋਈ ਹੈ। ਇਹਦੇ 'ਚ ਜਿਹੜਾ ਆਰੋਪੀ ਦੇ ਅਗੇਂਸਟ ਜਿਹੜਾ ਦੋਸ਼ ਹੈ ਕਿ ਉਹਨੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਵਿੱਚ ਅੱਜ ਸਵੇਰੇ ਤਕਰੀਬਨ 3:09 'ਤੇ ਉਹ ਦਾਖਲ ਹੋਇਆ ਸੀਗਾ। ਫਿਰ ਘੰਟਾ ਸਵਾ ਘੰਟਾ ਉੱਥੇ ਬੈਠਾ ਰਿਹਾ। ਉਸ ਤੋਂ ਬਾਅਦ ਉਹਨੇ ਜਿਹੜਾ ਸਿਗਰਟ ਪੀ ਕੇ ਤੇ ਉੱਥੇ ਜਿਹੜਾ ਅੰਦਰ ਇੱਕ ਸਿਗਰਟ ਦਾ ਧੂੰਆਂ ਜਿਹੜਾ ਗ੍ਰੰਥੀ ਸਾਹਿਬਾਨ ਤੇ ਔਰ ਜਿਹੜੇ ਉੱਥੋਂ ਦਾ ਏਰੀਆ ਹੈਗਾ ਉੱਥੇ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਸਿਗਰਟ ਦਾ ਬੱਟ ਉੱਥੇ ਹੀ ਸੁੱਟ ਦਿੱਤਾ। ਤੇ ਹਾਲਾਂਕਿ ਜਿਹੜਾ ਉਹ ਏਰੀਆ ਹੈਗਾ ਉੱਥੇ ਇਹ ਸਾਰੀਆਂ ਚੀਜ਼ਾਂ ਵਰਜਿਤ ਹੈਗੀਆਂ, ਇਸ ਕਰਕੇ ਇਹਦੇ ਅਗੇਂਸਟ ਜਿਹੜਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਹ ਮੁਕੱਦਮਾ 295 AIPC ਦੇ ਤਹਿਤ ਦਰਜ ਕੀਤਾ ਗਿਆ ਹੈ। ਜਾਂਦੇ ਜਾਂਦੇ ਚੋਣਵੀਆਂ ਖਬਰਾਂ ਇੱਕ ਵਾਰੀ ਫੇਰ ਤੋਂ। ਤਰਨਤਾਰਨ ਦੇ ਚੌਲਾ ਸਾਹਿਬ 'ਚ ਦਾਜ ਦਹੇਜ ਨਾ ਮਿਲਣ ਕਰਕੇ ਵਿਆਹੁਤਾ ਦੀ ਕੀਤੀ ਕੁੱਟਮਾਰ। ਸ਼੍ਰੀ ਅਨੰਦਪੁਰ ਸਾਹਿਬ ਦੇ ਤਖਤ ਸ਼੍ਰੀ ਕੇਸਗੜ੍ਹ ਵਿੱਚ ਪ੍ਰਕਾਸ਼ ਮੌਕੇ ਸਿਗਰਟ ਸੁੱਟਣ ਦਾ ਮਾਮਲਾ ਆਇਆ ਸਾਹਮਣੇ। ਸਿਮਰਨਜੀਤ ਸਿੰਘ ਬੈਂਸ ਤੇ ਬਲਾਤਕਾਰ ਦੇ ਇਲਜ਼ਾਮ ਲਗਾਉਣ ਵਾਲੀ ਔਰਤ ਨੂੰ ਇਨਸਾਫ ਦਿਵਾ ਕੇ ਹਟਾਂਗੇ, ਕਿਹਾ ਸੀਨੀਅਰ ਅਕਾਲੀ ਆਗੂ ਹਰੀਸ਼ ਰਾਏ ਨੇ।
ਲੁਧਿਆਣਾ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੀਨੀਅਰ ਅਕਾਲੀ ਆਗੂ ਮਹੇਸ਼ ਇੰਦਰ ਸਿੰਘ ਗਰੇਵਾਲ ਦਾ ਕੀਤਾ ਵਿਰੋਧ ਅਤੇ ਜਲੰਧਰ ਵਿੱਚ ਭਾਜਪਾ ਦੇ ਲੀਗਲ ਸੈੱਲ ਦੇ ਪ੍ਰਧਾਨ ਲਖਨ ਗਾਂਧੀ ਨੂੰ ਧੋਖਾਧੜੀ ਮਾਮਲੇ ਵਿੱਚ ਕੀਤਾ ਗ੍ਰਿਫਤਾਰ। ਦੋਸਤੋ, ਇਸ ਸੁਣਾਈ ਦੀਆਂ ਖਬਰਾਂ ਕੱਲ ਫਿਰ ਮਿਲਾਂਗੇ ਇਸੇ ਸਮੇਂ ਇਸੇ ਚੈਨਲ ਤੇ। ਤਦ ਤੱਕ ਲਈ ਕੁਲਵੰਤ ਸਿੰਘ ਗਿੱਲ ਇਜਾਜ਼ਤ ਦਿਓ। ਰੱਬ ਰਾਖਾ।